हालेलुया, प्रेज द लॉर्ड। प्रभु यीशु मसीह के मधुर और जलाली नाम में आप सबका स्वागत है साडे चैनल योद्धा यीशु के। तो मैं तुहाडा भरा जॉन मैथ्यू। प्रभु यीशु मसीह के वचन दे विच लिखिया है, प्रभु यीशु मसीह ने कहा कि तू मैनू नहीं चुनिया, मैं तैनूं चुनिया होया। खुदा ने जिन्हों भी चुनिया उन्होंने अपनी महिमा लई चुनिया, कोई ना कोई मेन मकसद दे के, एक जीवन दे विच एक मेन एम दे के धरती ते भेजिया। सो इस तरह की एक होर गवाही साडे नाल जुड़ी है जो कि रॉबिन सिंह ने साडे तो बटाले तो उन्हां दी लाइफ दे विच भी एक इहो जी गवाही है, दुष्ट आत्मा तो ग्रस्त, नशे तो ग्रस्त और फैमिली दे बहुत सारे क्राइसिस जो कि उन्हां दे उत्ते पए हुए सी, लेकिन जिंदगी बदली खुदावंद यीशु मसीह दे नाम ते। जदों उन्हां नूं यीशु मसीह दा रस्ता पता लगा फिर ही वो बदल पाए। सो साडे नाल ब्रदर रॉबिन जी ने, रॉबिन भाई जय मसीह दी। प्रभु यीशु मसीह के नाम के तुहाडा स्वागत करते हैं साडे चैनल दे विच। सो खुदा दा धन्नवाद है कि तुहाडे नाल अज मुलाकात हुई। सो अपने बारे थोड़ा जिहा साडे खुदा दे जानन वालियां नूं दसो। हालेलुया। सो जय मसीह दी सारिआं नूं, प्रेज द लॉर्ड। जिन्हें भी इस चैनल के माध्यम के द्वारा इस टेस्टमनी नूं सुन रहे जां खुदावंद उन्हां नूं बड़ी बरकत देवे। और मैं अपने बारे दसना चाहुंदा है कि मेरा नाम रॉबिन सिंह है और मैं बटाले तो हाँ। और मसीह यसू नूं मैं अज तो 10 साल पहला नहीं सी जानदा और मेरी जिंदगी में कुछ उतार चढ़ाव आए जिहदे कारण प्रभु यसू मसीह नूं मैं जान सकिया। और एक खुदावंद दी वड्डी किरपा हुई आ कि जिहदे कारण परमेश्वर दे विच मैं आया। ब्रदर की इंसीडेंट सीगा जिहड़ी तुहाडी लाइफ यीशु मसीह वाल मुड़ गई, और यीशु मसीह दे आउण तो पहला तुहाडी लाइफ की सी और किस तरह दे इहो ਜਿਹੇ तुहाडे वाकिया सीगे जिंदगी दे विच ਜਿਹੜੇ तुहाडे नाल बीते? जी यीशु मसीह तो पहला ਜਿਹੜੇ ਜਦੋਂ मैं यीशु मसीह ਦੇ ਵਿੱਚ ਵਿਸ਼ਵਾਸ ਨਹੀਂ ਸੀ ਕਰਦਾ और यीशु मसीह ਦੀ ਮਸੀਹਤ ਦੀ ਜਿਹੜੀ ਸਲੀਬ ਦੀ ਕਥਾ ਤੋਂ ਪਹਿਲਾਂ ਜਿਹੜਾ ਮੇਰਾ ਜੀਵਨ ਸੀ ਉਹ ਬਹੁਤ ਹੀ ਇੱਕ ਬੁਰਾ ਸੀ, ਜਿਹੜਾ ਮੇਰੇ ਲਈ ਤੇ ਚੰਗਾ ਸੀ ਲੇਕਿਨ ਆਮ ਦੇਖਿਆ ਜਾਈਏ ਤੇ ਦੁਨੀਆ ਦੀ ਨਜ਼ਰ ਵਿੱਚ, ਚੰਗੇ ਲੋਕਾਂ ਦੀ ਨਜ਼ਰ ਵਿੱਚ ਉਹ ਬੁਰਾ ਜੀਵਨ ਸੀ, ਕਿਉਂਕਿ ਮੇਰਾ ਜੀਵਨ ਨਸ਼ਿਆਂ ਦੇ ਵਿੱਚ ਸੀ ਔਰ ਬੁਰੇ ਕਰਮ, ਜਿਸ ਤਰ੍ਹਾਂ ਆਮ ਹੀ ਮੁੰਡੇ ਕੁੜੀਆਂ ਅਯਾਸ਼ੀ ਕਰਦੇ ਨੇ ਇਸ ਤਰ੍ਹਾਂ ਦਾ ਜੀਵਨ ਸੀ। ਹਰ ਪ੍ਰਕਾਰ ਦੇ ਨਸ਼ੇ ਦੀ ਤਕਰੀਬਨ ਲੱਤ ਦੇ ਵਿੱਚ ਮੈਂ ਪਿਆ ਸੀ ਔਰ ਤਕਰੀਬਨ ਮੇਰੀ 16-17 ਸਾਲ ਦੀ ਉਮਰ ਸੀ ਜਦੋਂ ਤੋਂ ਮੈਂ ਨਸ਼ਾ ਲੈਣਾ ਸ਼ੁਰੂ ਕੀਤਾ। ਨੋਰਮਲੀ ਸਿਗਰਟ, ਬੀੜੀ, ਚਰਸ, ਜਿਹੜਾ ਆਪਣਾ ਕੀ ਇਹਦਾ ਨਾਮ ਆ, ਸ਼ਰਾਬ, ਹਰ ਪ੍ਰਕਾਰ ਦਾ ਜਿਹੜਾ ਨਸ਼ਾ ਜਿਹੜਾ ਉਦੋਂ ਮੈਂ ਉਸ ਇਹ ਤੁਹਾਡਾ ਰੂਟੀਨ ਸੀਗੀ ਜਿਹੜਾ ਤੁਸੀਂ ਰੂਟੀਨ ਦੇ ਵਿੱਚ ਨਸ਼ਾ ਕਰਦੇ ਸੀਗੇ? ਯੈਸ। ਇਹ ਘਰਦਿਆਂ ਤੋਂ ਚੋਰੀ ਕਰਦੇ ਸੀਗੇ ਤੁਸੀਂ ਪਹਿਲਾਂ? ਜੀ ਘਰਦਿਆਂ ਤੋਂ ਚੋਰੀ ਵੀ ਕਰਦੇ ਸੀ ਔਰ ਘਰਦਿਆਂ ਨੂੰ ਜ਼ਿਆਦਾ ਮਤਲਬ ਨਹੀਂ ਹੀ ਪਤਾ ਲੱਗਣ ਦੇਈਦਾ ਔਰ ਥੋੜ੍ਹਾ ਬਹੁਤਾ ਤੁਹਾਨੂੰ ਪਤਾ ਵੀ ਸੀ। ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਤੁਸੀਂ ਨਸ਼ੇ ਕਰਦੇ ਹੋ? ਹਾਂ, ਕੁਝ ਕੈਮੀਕਲਸ ਨਸ਼ੇ ਸੀ ਜਿਸ ਤਰ੍ਹਾਂ ਆਮ ਹੀ ਤੁਸੀਂ ਦੇਖ ਰਹੇ ਅੱਜ ਚੱਲਦੇ ਦੌਰ ਦੇ ਵਿੱਚ, ਉਹਨਾਂ ਨੂੰ ਵੀ ਮੈਂ ਯੂਜ਼ ਕਰਦਾ ਸੀ। ਤੇ ਨਸ਼ਿਆਂ ਦਾ ਦੌਰ ਕਿੰਨੀ ਦੇਰ ਤੁਹਾਡੀ ਲਾਈਫ 'ਚ ਰਿਹਾ? ਤਕਰੀਬਨ ਜਦ ਤੱਕ ਮੈਂ ਚਰਚ ਜਾਣ ਤੋਂ ਬਾਅਦ ਵਿੱਚ ਕੁਝ ਸੁਧਰਿਆ, ਕਿਉਂਕਿ ਜਦੋਂ ਮੈਂ ਇਸ ਨਸ਼ਿਆਂ ਦੀ ਜ਼ਿੰਦਗੀ ਨੂੰ ਯਾਦ ਕਰਦਾ ਵਾਂ ਅਤੇ ਮੈਨੂੰ ਬੜਾ ਦੁੱਖ ਲੱਗਦਾ, ਕਿਉਂਕਿ ਕੁਝ ਨਸ਼ਿਆਂ ਦੇ ਇਫੈਕਟ, ਜਿਹੜੇ ਸਾਈਡ ਇਫੈਕਟ ਅੱਜ ਵੀ ਮੇਰੀ ਬੋਡੀ ਵਿੱਚ ਜਿਹੜੇ ਉਹ ਕੰਮ ਕਰ ਰਹੇ ਨੇ। ਅਤੇ ਤੁਹਾਡੀ ਲਾਈਫ ਕਿੰਨੀ ਦੇਰ ਨਸ਼ੇ ਦੇ ਵਿੱਚ? 17 ਸਾਲ ਤੋਂ ਤੁਸੀਂ ਨਸ਼ਾ ਅਗਰ ਸ਼ੁਰੂ ਕੀਤਾ ਸੀ ਔਰ ਕਿੰਨੀ ਦੇਰ ਤੁਸੀਂ ਨਸ਼ਾ ਕਰਦੇ ਰਹੇ? 17 ਸਾਲ ਤੋਂ ਤਕਰੀਬਨ ਮੈਂ ਜਿਹੜਾ ਨਸ਼ਾ ਕੀਤਾ ਵਾ ਆਪਣਾ 17 ਤੋਂ 25 ਸਾਲ ਤੱਕ ਤੁਸੀਂ ਜਿਹੜਾ ਨਸ਼ਾ ਕੀਤਾ। 7-8 ਸਾਲ ਜਿਹੜਾ ਤੁਸੀਂ ਨਸ਼ਾ, ਬਹੁਤ ਜ਼ਿਆਦਾ ਨਸ਼ਾ ਜਿਹੜਾ ਹਾਈ ਕੁਆਲਿਟੀ ਦੇ ਵਿੱਚ ਲੈਂਦੇ ਰਹੇ ਹੋ? ਯੈਸ। ਮਤਲਬ ਕਿਸ ਤਰ੍ਹਾਂ ਦਾ ਨਸ਼ਾ ਜਿਹੜਾ ਤੁਹਾਡੇ ਲਾਈਫ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇ ਨਸ਼ੇ ਕਰਦੇ? ਨੋਰਮਲ ਜਿਸ ਤਰ੍ਹਾਂ ਅਸੀਂ ਲਗਾਈਏ, ਇੱਕ ਜਿਹੜੇ ਸ਼ਰਾਬ ਹੋ ਗਿਆ, ਦੂਸਰੀ ਗੱਲ ਆਪਣੀ ਬੀੜੀ, ਸਿਗਰਟ, ਚਰਸ, ਇੱਥੋਂ ਤੱਕ ਅਫੀਮ ਵੀ, ਔਰ ਦੂਸਰਾ ਫਲੂਇਡ ਵਗੈਰਾ, ਕੈਮੀਕਲਸ ਹੁੰਦੇ ਨੇ ਕੁਛ, ਉਹਨੂੰ ਮਾਲ 'ਤੇ ਪਾ ਕੇ ਯੂਜ਼ ਕਰਨਾ ਔਰ ਉਹਦੇ ਸਰੂਰ 'ਚ ਸਾਰਾ ਦਿਨ ਰਹਿਣਾ। ਇਹਦੇ ਨਸ਼ੇ ਦੇ ਨਾਲ ਫਿਰ ਘਰ ਦੇ ਵਿੱਚ ਮੁਸ਼ਕਿਲ ਆਉਣੀ? ਨਸ਼ੇ ਦੇ ਨਾਲ ਬਾਹਰ ਕਿਸੇ ਨਾਲ ਲੜਾਈ ਝਗੜਾ ਜਾਂ ਇਸ ਤਰ੍ਹਾਂ ਦਾ ਕੁਛ? ਨੋਰਮਲੀ ਗੱਲ ਤੁਸੀਂ ਵੇਖੋਗੇ ਕਿ ਨਸ਼ਾ ਕਰਕੇ ਬੰਦੇ ਦਾ ਜਿਹੜਾ ਮਾਈਂਡ ਜਿਹੜਾ ਵਾ ਉਹ ਇੱਕ ਅਲੱਗ ਦਿਸ਼ਾ ਨੂੰ ਦੌੜਦਾ ਵਾ, ਉਹਨੂੰ ਕੋਈ ਵੀ ਬੰਦਾ ਅੱਗੇ ਕੁਛ ਵੀ ਨਹੀਂ ਲੱਗਦਾ। ਮਤਲਬ ਉਹ ਇਸ ਤਰ੍ਹਾਂ ਦਾ ਜੀਵਨ ਸੀ, ਮਤਲਬ ਕਿ ਮਾਰਨ ਕੁਟਾਈ ਵਾਲਾ ਔਰ ਲੋਕਾਂ ਨਾਲ ਮਿਲ ਕੇ ਇਸ ਤਰ੍ਹਾਂ ਦੇ ਬੁਰੇ ਕਰਮ ਕਰਨੇ।
ਜੀ। ਇਸ ਤੋਂ ਬਾਅਦ ਕੀ ਹੋਣਾ ਸ਼ੁਰੂ ਹੋਇਆ ਤੁਹਾਡੀ ਲਾਈਫ? ਜਿਸ ਤਰ੍ਹਾਂ ਨਸ਼ਾ ਤੁਹਾਡਾ ਜਿਹੜਾ ਸੀ ਵੱਧਦਾ ਗਿਆ, ਉਸ ਤੋਂ ਬਾਅਦ ਤੁਹਾਡੀ ਲਾਈਫ ਘਰਦਿਆਂ ਨੇ ਤੁਹਾਡੇ ਬਾਰੇ ਕਿਸ ਤਰ੍ਹਾਂ ਜਦੋਂ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਕੀ ਰਿਐਕਟ ਕੀਤਾ ਤੁਹਾਨੂੰ? ਦੇਖੋ, ਘਰ ਵਾਲਿਆਂ ਨੂੰ ਇੰਨਾ ਪਤਾ ਸੀ ਨਸ਼ਾ ਕਰਦਾ, ਲੇਕਿਨ ਜਿੱਥੋਂ ਤੱਕ ਮੈਂ ਕਰਦਾ ਸੀ ਉਹਨਾਂ ਨਹੀਂ ਸੀ ਪਤਾ। ਫਿਰ ਮੇਰੀ ਸ਼ਾਦੀ ਹੋ ਗਈ। ਸ਼ਾਦੀ ਤੋਂ ਬਾਅਦ ਜਦੋਂ ਮੈਂ ਆਪਣੇ ਪਿੰਡ ਬਡਾਲੇ ਵਿੱਚ ਰਹਿੰਦਾ ਤੁਹਾਡੇ ਸੀ, ਪੇਰੈਂਟਸ ਨੇ ਸੋਚਿਆ ਕਿ ਤੁਹਾਡੀ ਸ਼ਾਦੀ ਅਗਰ ਕਰ ਦਾਂਗੇ ਤਾਂ ਸ਼ਾਇਦ ਹੋ ਸਕਦਾ ਇਹ ਸੁਧਰ ਜਾਣ? ਹਾਂ, ਜੇ ਮੈਂ ਗੱਲ ਕਰਾਂ ਪਹਿਲਾਂ ਤਾਂ ਮੇਰੇ ਪੇਰੈਂਟਸ ਦੀ, ਸੋ ਜਦੋਂ ਮੈਂ ਛੋਟਾ ਸੀ, ਮੇਰੇ ਬਚਪਨ ਦੇ ਵਿੱਚ ਹੀ ਮੇਰੀ ਮਾਂ ਜਿਹੜੀ ਐਕਸਪਾਇਰ ਹੋ ਚੁੱਕੀ ਸੀ। ਜੀ। ਤੋ ਐਕਸਪਾਇਰ ਹੋਣ ਤੋਂ ਬਾਅਦ ਅਸੀਂ 3 ਬ੍ਰਦਰ ਸੀ, ਔਰ ਇੱਕ ਮੈਂ ਹੀ ਸਾਂ ਜਿਹੜਾ ਬੜਾ ਲੱਕੀ ਸਾਂ, ਜਿਹੜਾ ਮੇਰੀ ਭੂਆ ਜੀ ਜਿਹੜੇ ਉਹ ਮੈਨੂੰ ਲੈ ਗਏ ਸੀ, ਤੇ ਉੱਥੋਂ ਮੇਰਾ ਉਹਨਾਂ ਨੇ ਪਾਲਣ ਪੋਸ਼ਣ ਕੀਤਾ, ਪੜ੍ਹਾਈ ਵੀ ਕੀਤੀ, ਔਰ ਉਹਨਾਂ ਨੇ ਮੇਰੀ ਮੈਰਿਜ, ਉਹਨਾਂ ਦੇ ਕਰਕੇ ਮੇਰੀ ਜਿਹੜੀ ਮੈਰਿਜ ਹੋਈ, ਔਰ ਅੱਛੇ ਪਰਿਵਾਰ ਦੇ ਵਿੱਚ, ਅੱਛੇ ਘਰਾਣੇ ਵਿੱਚ ਉਹਨਾਂ ਨੇ ਮੇਰੀ ਮੈਰਿਜ ਕਰਾਈ ਜੀ। ਤੇ ਮੈਰਿਜ ਤੋਂ ਬਾਅਦ ਵਿੱਚ ਜਿਹੜਾ ਤਕਰੀਬਨ ਮੇਰਾ ਦੌਰ ਸ਼ੁਰੂ ਹੋਇਆ ਸ਼ੈਤਾਨ ਦੀਆਂ ਤਾਕਤਾਂ ਦੇ ਨਾਲ, ਜਿਹੜਾ ਉਹ ਸਾਹਮਣਾ ਹੋਇਆ, ਜਿਨ੍ਹਾਂ 'ਤੇ ਮੈਂ ਬਿਲਕੁਲ ਵੀ ਵਿਸ਼ਵਾਸ ਨਹੀਂ ਸੀ ਕਰਦਾ। ਮੈਰਿਜ ਤੋਂ ਪਹਿਲਾਂ ਤੁਹਾਡਾ ਵਿਸ਼ਵਾਸ ਵੀ ਨਹੀਂ ਸੀ ਕਿ ਤੁਸੀਂ ਯਿਸੂ ਮਸੀਹ ਨੂੰ ਨਹੀਂ ਜਾਣਦੇ ਸੀ, ਔਰ ਦੁਸ਼ਟ ਆਤਮਾਵਾਂ ਵੱਲੋਂ ਵੀ ਤੁਹਾਨੂੰ ਕੁਝ ਕੋਈ ਪ੍ਰੋਬਲਮ ਨਹੀਂ ਸੀ, ਉਹਨਾਂ ਵੱਲੋਂ ਕੋਈ ਇਲਮ ਨਹੀਂ ਸੀ, ਕਿਉਂਕਿ ਐਕਚੁਅਲੀ ਤੁਸੀਂ ਇਹਨਾਂ 'ਚ ਵਿਸ਼ਵਾਸ ਨਹੀਂ ਸੀ ਰੱਖਦੇ। ਐਕਚੁਅਲੀ ਮੈਂ ਖੁਦ ਇਹਨਾਂ ਕਿਤਾਬਾਂ ਨੂੰ ਔਰ ਇਹਨਾਂ ਚੀਜ਼ਾਂ ਨੂੰ ਮੈਂ ਖੁਦ ਕਰਦਾ ਪਿਆ ਸੀ, ਔਰ ਮੈਂ ਇਹਨਾਂ ਚੀਜ਼ਾਂ ਦੇ ਵਿੱਚ ਖੁਦ ਖੁੱਭਿਆ ਪਿਆ ਸੀ, ਤੇ ਮੈਂ ਖੁਦ ਇਹੋ ਜਿਹੇ ਕੰਮ ਜਿਹੜੇ ਜਾਦੂ ਕਰੀ ਦੇ ਕੁਝ ਮੈਂ ਜਾਣਦਾ ਸੀ, ਤੇ ਉਹ ਮੈਂ ਖੁਦ ਕਰਦਾ ਸੀ। ਤੁਸੀਂ ਖੁਦ ਇਹਦੇ ਵਿੱਚ ਨੌਲੇਜ ਰੱਖਦੇ ਸੀ, ਇੰਟਰਸਟ ਰੱਖਦੇ ਸੀ, ਤੇ ਇਹਨੂੰ ਖੁਦ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਸੀ? ਯੈਸ ਜੀ। ਤੇ ਦੂਸਰਾ, ਫਿਰ ਜਦੋਂ ਮੇਰੀ ਸ਼ਾਦੀ ਹੋਈ ਹੈ, ਸ਼ਾਦੀ ਤੋਂ ਬਾਅਦ ਜਦੋਂ ਮੇਰਾ ਮੇਨ ਰੀਜ਼ਨ ਪ੍ਰਭੂ ਦੇ ਵਿੱਚ ਆਉਣ ਦਾ ਇਹ ਹੋਇਆ ਵਾ ਕਿ ਜਦੋਂ ਸ਼ਾਦੀ ਤੋਂ 5 ਸਾਲ ਹੋ ਗਏ, ਔਰ ਬਹੁਤ ਜਗ੍ਹਾ ਤੇ ਪਤਾ ਨਹੀਂ ਕਿੰਨੇ ਹਜ਼ਾਰਾਂ ਰੁਪਈਆ ਜਿਹੜਾ ਵਾ ਉਹ ਆਪਣਾ ਬੱਚੇ ਦੇ ਲਈ ਜਿਹੜਾ ਅਸੀਂ ਵੇਸਟ ਕੀਤਾ, ਵੀ ਸਾਨੂੰ ਬੇਬੀ ਮਿਲ ਜਾਵੇ, ਬੱਚੀ ਜਾਂ ਬੱਚਾ ਕੁਝ ਵੀ ਪ੍ਰਭੂ ਦੇ ਦੇਵੇ, ਜਾਂ ਸਾਨੂੰ ਮਿਲ ਜਾਵੇ। ਬੜੇ ਜਗ੍ਹਾ ਦੇ ਉੱਤੇ ਲੋਕਾਂ ਨੇ ਸਾਨੂੰ ਦੱਸਿਆ, ਜਿਹੜੀਆਂ ਦੱਸਣਾ ਪਾਉਣ ਵਾਲੇ ਨੇ ਦੱਸਿਆ ਸੀ, ਗਏ ਜਗ੍ਹਾ ਤੇ ਬੜੀ ਦੁਨੀਆ ਦੇ ਜਿੱਥੇ ਵੀ ਤੁਹਾਨੂੰ ਪਤਾ ਲੱਗਦਾ ਰਿਹਾ ਤੁਸੀਂ ਉੱਥੇ ਜਾਂਦੇ ਰਹੇ, ਆਪਣੀ ਕੋਸ਼ਿਸ਼ ਕਰਦੇ ਰਹੇ ਹਰ ਜਗ੍ਹਾ ਜੀ, ਵੀ ਕਿਤੇ ਤੁਹਾਨੂੰ ਸੰਤਾਨ ਮਿਲ ਜੇ, ਕਿਤੇ ਤੁਹਾਨੂੰ। ਜੀ। ਮੇਨ ਸਾਡਾ ਮਕਸਦ ਇਹ ਸੀ ਵੀ ਸਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਬੱਚਾ ਸੀ ਸੰਸਾਰ, ਕਿਉਂਕਿ ਐਕਚੁਅਲੀ ਸਾਨੂੰ ਕੋਈ ਪ੍ਰੋਬਲਮ ਨਹੀਂ ਸੀ। ਲੋਕ ਜਿਹੜੇ ਦੁਨੀਆ ਦੇ ਉੱਤੇ ਖੁਦਾਵੰਦ ਉਹਨਾਂ ਨੂੰ ਬਰਕਤ ਦੇਵੇ, ਪਰਮੇਸ਼ਰ ਉਹੀ ਇੱਕ ਕਾਰਨ ਹੁੰਦੇ ਨੇ ਬਰਕਤ ਦਾ। ਉਹ ਜਦੋਂ ਡਿਸਟਰਬ ਕਰਦੇ ਨੇ ਤਾਂ ਅਸੀਂ ਕਿਤੇ ਨਾ ਕਿਤੇ ਭੱਜਦੇ ਨੱਠਦੇ ਹਾਂ, ਜ਼ਿਆਦਾ ਇੱਧਰ ਉੱਧਰ ਹੱਥ ਪੈਰ ਮਾਰਦੇ ਹਾਂ, ਅਤੇ ਉਹਨਾਂ ਹੱਥ ਪੈਰ ਮਾਰਦਿਆਂ ਇਸ ਸੰਸਾਰ ਦੀ ਦੌੜ ਵਿੱਚ ਲੱਗਿਆ ਅਸੀਂ ਬੱਚੇ ਨੂੰ ਹਾਸਲ ਕਰਨ ਦੇ ਲਈ ਬੜੇ ਜਾਦੂਗਰਾਂ ਦੇ ਕੋਲ, ਬੜੇ ਸਿਆਣਿਆਂ ਦੇ ਕੋਲ, ਬੜੇ ਇੱਧਰ ਉੱਧਰ ਗਏ ਹਾਂ, ਕਿਤਿਓਂ ਵੀ ਮਤਲਬ ਕੋਈ ਵੀ ਇਸ ਤਰ੍ਹਾਂ ਦੀ, ਬਲਕਿ ਸਾਡੇ ਨਾਲ ਠੱਗੀ ਹੀ ਹੋਈ ਹੈ, ਸਾਨੂੰ ਸਗੋਂ ਹੱਥੋਂ ਦੇ ਕੇ ਛੁੱਟਣਾ ਪਿਆ। ਮਤਲਬ ਬਹੁਤ ਸਾਰਾ ਪੈਸਾ ਜਿਹੜਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਠੱਗੀ ਠੋਰੀ, ਮਤਲਬ ਸਿਆਣਿਆਂ ਦੇ ਵਿੱਚ ਚੱਕਰ ਦੇ ਵਿੱਚ ਜਿਹੜਾ ਤੁਸੀਂ ਗਵਾਇਆ ਪੈਸਾ ਜੀ। ਤੁਸੀਂ ਬਹੁਤ ਸਾਰਾ ਟਾਈਮ ਤੇ ਜਿਹੜਾ ਪੈਸਾ ਸੀ ਉਹਨਾਂ ਵਿੱਚ ਆਪਣਾ ਵਿਅਰਥ ਕੀਤਾ ਜੀ। ਤੇ ਉਸ ਤੋਂ ਬਾਅਦ ਮੈਡੀਸਨ ਦੇ ਦੁਆਰਾ ਵੀ ਜਿਹੜਾ ਬੜੀਆਂ ਮੇਰੀ ਵਾਈਫ ਡਾਕਟਰੀ ਇਲਾਜ ਵੀ ਤੁਸੀਂ ਨਾਲ ਕਰਵਾਉਂਦੇ ਤੇ ਕੋਸ਼ਿਸ਼ ਕੀਤੀ ਕਿ ਹੋ ਸਕਦਾ ਵੀ ਇਸ ਤਰ੍ਹਾਂ ਤੁਹਾਡਾ ਜਿਹੜਾ ਕੰਮ ਹੋ ਜਾਵੇ। ਫਿਰ ਜਦੋਂ ਅਸੀਂ ਉਸ ਪਿੰਡ ਦੇ ਵਿੱਚੋਂ ਆਏ ਹਾਂ, ਅਸੀਂ ਇਸ ਬਟਾਲਾ ਸ਼ਹਿਰ ਦੇ ਵਿੱਚ ਘਰ ਮਿਲਿਆ, ਖੁਦਾਵੰਦ ਸਾਨੂੰ ਘਰ ਦਿੱਤਾ। ਚਲੋ ਜਦੋਂ ਅਸੀਂ ਆਏ ਉਦੋਂ ਅਸੀਂ ਪਰਮੇਸ਼ਰ ਨੂੰ ਨਹੀਂ ਸੀ ਮੰਨਦੇ, ਲੇਕਿਨ ਅਸੀਂ ਇਸ ਜਗ੍ਹਾ 'ਤੇ ਜਦੋਂ ਘਰ ਲਿਆ, ਉਸ ਘਰ ਦੀ ਪਹਿਲੇ ਘਰ ਦੀ ਅਸੀਂ ਯਾਦ ਕਰੀਏ ਤਾਂ ਉਹ ਘਰ ਬਹੁਤ ਹੀ ਨੋਰਮਲ ਸੀ, ਛੋਟਾ ਜਿਹਾ ਘਰ ਸੀ, ਔਰ ਇੱਕੋ ਹੀ ਕਮਰਾ ਸੀ, ਔਰ ਉਹ ਵੀ ਬਾਰਿਸ਼ ਦੇ ਕਾਰਨ ਜਦੋਂ ਟਪਕਦਾ ਸੀ, ਪਾਣੀ ਚੋਂਦਾ ਸੀ ਤੇ ਸਮਾਨ ਸਾਡੇ ਕੋਲ ਜ਼ਿਆਦਾ ਸੀ, ਤੇ ਬਹੁਤ ਮੁਸ਼ਕਿਲ ਸੀ ਇੱਕ ਕਮਰੇ ਦੇ ਵਿੱਚ ਉਹ ਥੱਲੇ ਉਤਰ ਕੇ ਜਾਣਾ ਪੈਂਦਾ ਸੀ, ਕਮਰੇ 'ਚ ਡੂੰਘਾ ਸੀ। ਲੇਕਿਨ ਇੱਥੇ ਖੁਦਾਵੰਦ ਨੇ ਅੱਛਾ ਜਿਹੜਾ ਵਾ ਉਸ ਸਮੇਂ ਦੇ ਵਿੱਚ ਅਰੇਂਜ ਕੀਤਾ, ਪਰਮੇਸ਼ਰ ਨੇ ਉਹ ਘਰ ਮਿਲਿਆ ਸਾਨੂੰ। ਤੇ ਉਸ ਘਰ ਦੇ ਵਿੱਚ ਜਦੋਂ ਰਹਿਣ ਤੋਂ ਬਾਅਦ ਤਕਰੀਬਨ ਇਹ ਸਾਰਾ ਮੁਹੱਲੇ ਦੇ ਵਿੱਚ ਬਹੁਤ ਅੱਛੇ ਲੋਕ ਸਨ, ਉਹ ਸਾਰੇ ਪ੍ਰਭੂ ਦੇ ਵਿੱਚ ਵਿਸ਼ਵਾਸ ਕਰਨ ਵਾਲੇ ਸੀ। ਲੇਕਿਨ ਉਸ ਸਮੇਂ ਮੈਨੂੰ ਨਹੀਂ ਹੀ ਅੱਛੇ ਲੱਗਦੇ, ਕਿਉਂਕਿ ਮੈਂ ਅਦਰ ਜਾਤੀ ਦੇ ਨਾਲ ਸੰਬੰਧ ਰੱਖਦਾ ਸੀ, ਔਰ ਦੂਸਰੇ ਜਿਹੜੇ ਗੱਲਾਂ ਨੂੰ ਮੈਂ ਜਿਹੜਾ ਅਹਿਮੀਅਤ ਦਿੰਦਾ ਸੀ। ਤੁਸੀਂ ਉਸ ਟਾਈਮ ਜਦੋਂ ਇੱਥੇ ਆਏ ਹੋ, ਬਟਾਲਾ ਦੇ ਵਿੱਚ ਤੁਸੀਂ ਆਏ ਹੋ, ਉਦੋਂ ਵੀ ਤੁਸੀਂ ਵਿਸ਼ਵਾਸ 'ਚ ਨਹੀਂ ਸੀ? ਘਰ ਜਦੋਂ ਤੁਹਾਡਾ ਚੇਂਜ ਹੋਇਆ ਨਹੀਂ। ਫਿਰ ਤੁਹਾਡੇ ਘਰ ਦੇ ਵਿੱਚ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਦੁਸ਼ਟ ਆਤਮਾ ਵਗੈਰਾ, ਹਾਂ, ਉਸ ਤੋਂ ਬਾਅਦ ਕਾਫੀ ਲੋਕਾਂ ਨੇ ਮਤਲਬ ਕਹਿਣਾ ਸਟਾਰਟ ਕੀਤਾ ਵੀ ਚਲੋ ਤੁਹਾਨੂੰ 4-5 ਸਾਲ ਹੋ ਗਏ, ਸਾਰੇ ਜਗ੍ਹਾ 'ਤੇ ਤੁਸੀਂ ਜਾ ਕੇ ਵੇਖ ਲਿਆ, ਚਲੋ ਇੱਕ ਵਾਰੀ ਤੁਸੀਂ ਚਰਚ ਆ ਕੇ ਵੇਖੋ। ਅਤੇ ਮੈਂ ਇਹਨਾਂ ਨੂੰ ਕਹਿਣ ਵਾਲਿਆਂ ਨੂੰ ਸਗੋਂ ਬੁਰਾ ਭਲਾ ਕਹਿੰਦਾ ਸੀ। ਮੇਰਾ ਜਿਹੜੇ ਲਾਗੇ ਆਸ ਪੜੋਸ ਵਾਲੇ ਲੋਕ ਸੀ ਕਹਿੰਦੇ ਹੁੰਦੇ ਸਨ, ਲੇਕਿਨ ਮੈਂ ਇਹਨਾਂ ਨੂੰ ਬੁਰਾ ਕਹਿੰਦਾ ਸੀ ਵੀ ਨਹੀਂ, ਮੈਂ ਇਹਨਾਂ ਕੰਮਾਂ 'ਚ ਨਹੀਂ ਜਾਂਦਾ ਹੁੰਦਾ, ਨਾ ਹੀ ਮੈਂ ਯਿਸੂ ਮਸੀਹ ਨੂੰ ਮੰਨਦਾ ਵਾਂ, ਅਤੇ ਨਾ ਹੀ ਮੈਂ ਮੰਨਣਾ ਵਾ।
ਤੋ ਕਰਦਿਆਂ ਕਰਾਂਦਿਆਂ ਕੋਈ ਵਕਤ ਇਸ ਤਰ੍ਹਾਂ ਦਾ ਆਇਆ ਵੀ ਮੇਰੀ ਵਾਈਫ ਨੇ ਵੀ ਮੈਨੂੰ ਜ਼ੋਰ ਲਗਾਇਆ ਤੇ ਮਤਲਬ ਇਸ ਤਰ੍ਹਾਂ ਤੁਹਾਡੇ ਵਾਈਫ ਵੀ ਵਿਸ਼ਵਾਸ ਨਹੀਂ ਸੀ ਕਰਦੇ? ਵਾਈਫ ਵੀ ਵਿਸ਼ਵਾਸ ਨਹੀਂ ਸੀ ਕਰਦੇ, ਲੇਕਿਨ ਕਿ ਉਹ ਉਹਨਾਂ ਦੇ ਜਿਹੜੇ ਪਰਿਵਾਰ ਸੀ, ਪੇਕਾ ਪਰਿਵਾਰ ਸੀ, ਕਦੀ ਕਦਾਈ ਉਹਨਾਂ ਦੇ ਲਾਗੇ ਇੱਕ ਚਰਚ ਸੀ ਜੀ। ਉਹਨਾਂ ਦੇ ਲਾਗੇ ਇੱਕ ਚਰਚ ਸੀ ਔਰ ਉਹ ਪਾਦਰੀ ਜਿਹੜੇ ਬਹੁਤ ਬਜ਼ੁਰਗ ਸਨ ਔਰ ਪਰਮੇਸ਼ਰ ਦੀ ਬੜੀ ਕਿਰਪਾ ਉਹਨਾਂ ਦੇ ਨਾਲ ਸੀ। ਉਹ ਜਦੋਂ ਕਿਤੇ ਕੋਈ ਬੱਚਾ ਜਿਹੜਾ ਛੋਟਾ ਢਿੱਲਾ ਮੱਠਾ ਹੋ ਜਾਣਾ ਜਾਂ ਕੋਈ ਵੀ ਘਰ ਦੇ ਵਿੱਚ ਪ੍ਰੋਬਲਮ ਆਉਣੀ, ਸ਼ੈਤਾਨ ਦੀ ਪ੍ਰੋਬਲਮ ਆਉਣੀ ਜਾਂ ਕੋਈ ਜਾਦੂਗਰੀ ਟੂਣਾ ਕੋਈ ਹੋਣਾ, ਤੇ ਉਹਨਾਂ ਨੇ ਉਹ ਪਾਦਰੀ ਕੋਲ ਦੁਆ ਕਰਾਉਣੀ ਤੇ ਥੋੜਾ ਬਹੁਤਾ ਵਿਸ਼ਵਾਸ ਉਹਨਾਂ ਦਾ ਉਸ ਜਗ੍ਹਾ ਤੇ ਹੈਗਾ ਸੀ। ਜਦੋਂ ਕਿਤੇ ਮੁਸੀਬਤ ਆਉਂਦੀ ਸੀ ਉਹ ਦੁਆ ਕਰਾਉਣ ਜਾਂਦੇ ਸੀ ਤੇ ਇਸੇ ਵਿਸ਼ਵਾਸ ਦੇ ਕਾਰਨ ਮੇਰੀ ਵਾਈਫ ਨੇ ਮੈਨੂੰ ਕਹਿਣਾ ਸਟਾਰਟ ਕੀਤਾ ਵੀ ਤੂੰ ਚੱਲੀਏ ਇੱਧਰ ਚੱਲੀਏ। ਲੇਕਿਨ ਪਹਿਲਾਂ ਉਹ ਵੀ ਨਹੀਂ ਸੀ ਕਹਿੰਦੀ, ਪਹਿਲਾਂ ਸਾਰੇ ਜਗ੍ਹਾ ਤੇ ਦੂਸਰੇ ਤੀਸਰੇ ਜਗ੍ਹਾ ਤੇ ਗਏ, ਲੇਕਿਨ ਜਦੋਂ ਲੋਕਾਂ ਨੇ ਕਹਿਣਾ ਸਟਾਰਟ ਕੀਤਾ ਵੀ ਤੁਸੀਂ ਪ੍ਰਭੂ ਦੇ ਵਿੱਚ ਆ ਕੇ ਵੇਖੋ, ਪ੍ਰਭੂ ਦੇ ਵਿੱਚ ਆ ਕੇ ਵੇਖੋ, ਖੁਦਾਵੰਦ ਤੁਹਾਨੂੰ ਮਤਲਬ ਕਿ ਸਾਰੀ ਦੁਨੀਆ ਆਪਾਂ ਘੁੰਮ ਲਈ, ਸਾਰੀ ਜਗ੍ਹਾ ਤੇ ਆਪਾਂ ਹੱਥ ਪੱਲੇ ਮਾਰ ਲਏ, ਜਦੋਂ ਸਾਡਾ ਜ਼ੋਰ ਕਿਤੇ ਨਹੀਂ ਚੱਲਿਆ, ਇੱਕ ਆਖਰੀ ਉਮੀਦ, ਆਖਰੀ ਜਿਹੜਾ ਸੀਗਾ ਸਾਡਾ ਇੱਕ ਉਮੀਦ ਦਾ ਜਿਹੜਾ ਚਿਰਾਗ ਸੀਗਾ, ਉਹ ਚਰਚ ਸੀਗਾ, ਉਹ ਯਿਸੂ ਮਸੀਹ ਸੀ ਤੁਹਾਡੇ ਜੀ। ਜੀ ਜਦੋਂ ਅਸੀਂ ਪਹਿਲੀ ਵਾਰ ਚਰਚ ਗਏ ਆ ਤੇ ਮੈਨੂੰ ਸਭ ਕੁਝ ਮਤਲਬ ਇਸ ਤਰ੍ਹਾਂ ਲੱਗਾ ਜਿਸ ਤਰ੍ਹਾਂ ਇੱਕ ਫਿਲਮ ਜਿਹੜੀ ਚੱਲ ਰਹੀ ਹੁੰਦੀ ਹੈ ਵੀ ਸਾਰਾ ਕੁਝ ਜਿਹੜਾ ਸਕ੍ਰਿਪਟਡ ਚੱਲ ਰਿਹਾ ਵਾ, ਕਿਉਂਕਿ ਟੈਸਟਮਨੀਆਂ ਗਵਾਹੀਆਂ ਲੋਕ ਦਿੰਦੇ ਸੀ, ਲੇਕਿਨ ਮੈਨੂੰ ਯਕੀਨ ਨਹੀਂ ਸੀ, ਕਿਉਂਕਿ ਮੇਰਾ ਯਕੀਨ ਅਸਲ ਦੇ ਵਿੱਚ ਭਰੋਸਾ ਜਿਹੜਾ ਲੋਕਾਂ ਤੋਂ ਦੁਨੀਆ ਤੋਂ ਉੱਡ ਚੁੱਕਾ ਸੀ, ਕਿਉਂਕਿ ਦੁਨੀਆ ਫਰੇਬ ਦੇ ਨਾਲ ਭਰੀ ਸੀ, ਕਿਸੇ ਤਰੀਕੇ ਆਲਰੇਡੀ ਤੁਸੀਂ ਪੈਸੇ ਕਾਫੀ ਬਰਬਾਦ ਕਰ ਚੁੱਕੇ ਸੀ, ਤੁਹਾਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਚਰਚ ਦੇ ਵਿੱਚ ਵੀ ਇਹ ਕੁਝ ਹੋ ਰਿਹਾ। ਹਾਂ, ਮੈਂ ਇਸ ਵਾਰ ਇਹੋ ਹੀ ਅਨੁਮਾਨ ਲਾਉਂਦਾ ਨਾ ਵੀ ਇਹ ਗਵਾਹੀ ਦੇ ਰਹੇ ਨੇ, ਇਹ ਭੈਣ ਜਾਂ ਭਾਈ ਇਹ ਕਿੰਨੇ ਪੈਸਿਆਂ 'ਚ ਖਰੀਦੇ ਹੋਣਗੇ। ਆਪਣੇ ਦਿਮਾਗ 'ਚ ਮੈਂ ਲਾਉਂਦਾ 200 ਜਾਂ 300 ਜਾਂ 500 ਦੇਣਗੇ, ਹੈ ਨਾ। ਤੇ ਲੇਕਿਨ ਬਾਅਦ ਵਿੱਚ ਜਦੋਂ ਮੇਰੇ ਨਾਲ ਛੋਟੇ ਛੋਟੇ ਕੰਮ ਹੋਣੇ ਸਟਾਰਟ ਹੋਏ, ਜਦੋਂ ਅਸੀਂ ਉਸ ਚਰਚ ਵਿੱਚੋਂ ਆਏ ਆ ਤੇ ਚਰਚ 'ਚੋਂ ਦੁਆ ਕਰਾ ਕੇ ਆਏ ਆ ਤੇ ਇੱਕ ਵੱਡਾ ਸ਼ੈਤਾਨ ਦਾ ਜਿਹੜਾ ਹਵਾ ਦਾ ਬੁੱਲਾ ਸੀ ਨਾ, ਉਹ ਸਾਡੇ ਮਗਰ ਚੱਲਦਾ ਸੀ, ਜਿਹੜਾ ਬੁੱਲਾ ਬਣ ਕੇ, ਹਵਾ ਦਾ ਬੁੱਲਾ ਬਣ ਕੇ ਮਗਰ ਚੱਲਦਾ ਆ। ਤਕਰੀਬਨ ਕਾਫੀ ਦੇਰ ਤੱਕ ਮੈਂ ਇਹ ਪਹਿਲੀ ਵਾਰੀ ਮਹਿਸੂਸ ਕੀਤਾ ਜੀ। ਇਹ ਪਹਿਲੀ ਵਾਰੀ ਮੇਰੇ ਨਾਲ ਹੋਇਆ ਵੀ ਇਸ ਤਰ੍ਹਾਂ ਦਾ ਕਿਸ ਤਰ੍ਹਾਂ ਮੇਰੇ ਮਗਰ ਹੀ ਕਿਉਂ, ਉਹ ਵੀ ਚਰਚ ਵਿੱਚੋਂ ਆਏ ਆ ਤੇ ਸਾਡੇ ਮਗਰ ਆ ਰਿਹਾ। ਚਲੋ ਫਿਰ ਵੀ ਇਸ ਚੀਜ਼ ਨੂੰ ਇਗਨੋਰ ਕੀਤਾ, ਕਿਉਂਕਿ ਉਹ ਥੋੜਾ ਸਾਡੇ ਮਗਰ ਚੱਲ ਕੇ ਕਿੱਲੇ 2 ਕਿੱਲੇ ਸਾਡੇ ਮਗਰ ਚੱਲ ਕੇ ਤਕਰੀਬਨ ਹਵਾ ਇੱਕ ਬਹੁਤ ਵੱਡੀ ਤੂਫਾਨ ਟਾਈਪ ਦੀ ਹਵਾ ਕੋਲ ਪਿੱਛੇ, ਅੱਛਾ ਜਿਹਨੂੰ ਆਪਾਂ ਟੋਰਨੇਡੋ ਕਹਿ ਦਿੰਦੇ ਆ, ਵਾਲ ਵਲੋਰਾ ਜਿਹਨੂੰ ਕਹਿੰਦੇ ਆ, ਹਾਂ ਉਹ ਪਿੱਛੇ ਚੱਲਦਾ ਆਇਆ ਤੇ ਉਹਦੇ ਤੇ ਕਾਫੀ ਮੈਨੂੰ ਡਰ ਵੀ ਮਹਿਸੂਸ ਹੋਇਆ। ਤੋ ਤਕਰੀਬਨ ਜਦੋਂ ਅਸੀਂ ਚੱਲਦੇ ਰਹੇ, ਜਦੋਂ ਮੈਂ ਚਰਚ ਵਿੱਚ, ਹਰ ਵਾਰੀ ਚਰਚ ਜਾਣ ਤੋਂ ਬਾਅਦ ਹੁੰਦਾ ਸੀ ਜਾਂ ਉਹ ਇੱਕ ਵਾਰੀ ਹੋਇਆ। ਤਕਰੀਬਨ ਮੈਂ ਜਦੋਂ ਚਰਚ ਜਾਂਦਾ ਸੀ, ਮੇਰੇ ਜੇਬ ਦੇ ਵਿੱਚ ਤਕਰੀਬਨ ਜਿਸ ਤਰ੍ਹਾਂ ਸੁਰਦਰਸ਼ਨ ਗੁਟਕੇ ਵਗੈਰਾ ਹੁੰਦੇ ਸੀ, ਉਹ ਖੈਣੀ ਜੋ ਵੀ ਬੀੜੀ ਬੂੜੀ ਜੋ ਵੀ ਅਸੀਂ ਮੇਰੀ ਜੇਬ 'ਚ ਹੀ ਹੁੰਦਾ ਸੀ। ਔਰ ਪਾਦਰੀ ਸਾਹਿਬ ਕਲਾਮ ਕਰ ਰਹੇ ਹੁੰਦੇ ਸੀ, ਮੈਨੂੰ ਕਲਾਮ ਦਾ ਕੁਛ ਨੌਲੇਜ ਨਹੀਂ ਸੀ, ਉਹ ਕੀ ਕਹਿੰਦੇ ਨੇ ਮੈਨੂੰ ਨਹੀਂ ਪਤਾ, ਮੈਂ ਆਪਣਾ ਗੋਡਿਆਂ ਸਿਰ ਧੋ ਕੇ ਸੁੱਤਾ ਰਹਿੰਦਾ ਹੁੰਦਾ ਸੀ ਤੇ ਉਹਨਾਂ ਮੈਨੂੰ ਕਹਿਣਾ ਵੀ ਨਹੀਂ ਕੋਈ ਗੱਲ। ਲੇਕਿਨ ਇੱਕ ਦੌਰ ਇਸ ਤਰ੍ਹਾਂ ਦਾ ਆਇਆ ਵੀ ਜਦੋਂ ਦੁਸ਼ਟ ਆਤਮਾ ਜ਼ਿਆਦਾ ਹੈਵੀ ਹੋਣ ਲੱਗ ਪਈਆਂ, ਜ਼ਿਆਦਾ ਪਰੇਸ਼ਾਨ ਕਰਨ ਲੱਗ ਪਈ ਵਾਈਫ ਉੱਤੇ ਜੀ। ਤੇ ਘਰ ਦੇ ਵਿੱਚ ਜਿਹੜਾ 2 ਪੇੜ ਸੀ, ਜਿਸ ਤਰ੍ਹਾਂ ਤਰੇਕਾਂ ਸਨ 2, ਤੇ ਉਹ ਤਰੇਕਾਂ ਦੇ ਵਿੱਚੋਂ ਇੱਕ ਮਿੱਟੀ ਨਿਕਲਦੀ ਸੀ, ਜਿਹੜੀ ਮਿੱਟੀ ਸ਼ਹਿਰ ਦੇ ਵਿੱਚ ਕੋਈ ਵਾਣ ਨਹੀਂ ਸੀ, ਕੋਈ ਜਦੋਂ ਪੈਲੀ ਨਹੀਂ ਸੀ, ਜ਼ਮੀਨ ਨਹੀਂ ਸੀ, ਫਿਰ ਵੀ ਮਿੱਟੀ ਪਤਾ ਨਹੀਂ ਕਿੱਥੋਂ ਤਰੇਕਾਂ ਦੇ ਵਿੱਚੋਂ ਆਉਂਦੀ ਸੀ। ਔਰ ਉਹ ਜਦੋਂ ਅੱਗੇ ਡਿੱਗਦੀ ਸੀ ਤੇ ਉਹਦੇ ਵਿੱਚੋਂ ਅੱਗ ਡਿੱਗਦੀ, ਜਿਸ ਤਰ੍ਹਾਂ ਕਿ ਬਿਜਲੀ ਦਾ ਟਰਾਂਸਫਾਰਮ ਇੱਕ ਸੜਿਆ ਹੁੰਦਾ, ਗਰਮ ਮਿੱਟੀ ਟਾਈਪ ਦਾ ਗੋਲਾ ਡਿੱਗਦਾ ਸੀ, ਉਹਦੇ ਵਿੱਚੋਂ ਚੰਗਿਆੜੇ ਨਿਕਲਦੇ ਸੀ, ਅੱਗ ਦੇ ਚੰਗਿਆੜੇ ਨਿਕਲਦੇ ਸੀ। ਤੋ ਜਦੋਂ ਚੰਗਿਆੜੇ ਨਿਕਲੇ ਤੇ ਮੇਰੇ ਸਰੀਰ ਦੇ ਵਿੱਚੋਂ ਵੀ ਕਰੰਟ ਜਿਹੜਾ ਨਿਕਲਿਆ। ਤੁਸੀਂ ਆਪ ਦੇਖਦੇ ਸੀ ਜਦੋਂ ਮਿੱਟੀ ਡਿੱਗਦੀ ਸੀ? ਆਪ ਦੇਖਦੇ, ਅੱਖੀ ਦੇਖਦੇ ਸੀਗੇ। ਉਹ ਮਿੱਟੀ ਕੋਈ ਸੁੱਟਦਾ ਨਹੀਂ ਸੀ, ਲੇਕਿਨ ਉਹ ਆਟੋਮੈਟਿਕਲੀ, ਪਤਾ ਨਹੀਂ ਕੀ ਸਿਸਟਮ, ਮੈਨੂੰ ਇਹਨਾਂ ਚੀਜ਼ਾਂ ਦਾ ਨਹੀਂ ਸੀ ਪਤਾ, ਲੇਕਿਨ ਮੈਂ ਇਹਨਾਂ ਚੀਜ਼ਾਂ ਤੋਂ ਡਰ ਕੇ ਮੈਂ ਆਪਣੇ ਘਰ ਵਿੱਚ ਹੀ ਨਹੀਂ ਜਾਂਦਾ ਸੀ। ਮੈਂ ਤਕਰੀਬਨ ਸਾਰਾ ਦਿਨ ਗੇਟ ਤੋਂ ਬਾਹਰ ਬੈਠੇ ਰਹਿਣਾ, ਫਿਰ ਮੇਰੇ ਛੋਟੇ ਬ੍ਰਦਰ ਨੇ ਸ਼ਾਮ ਨੂੰ ਆਉਣਾ ਤੇ ਫਿਰ ਅਸੀਂ ਘਰ ਦੇ ਵਿੱਚ ਐਂਟਰ ਹੋਣਾ। ਤੁਸੀਂ ਖੁਦ ਵੀ ਆਪਣੇ ਘਰ ਦੇ ਅੰਦਰ ਨਹੀਂ ਸੀ ਜਾਂਦੇ ਕਿ ਤੁਹਾਨੂੰ ਡਰ ਲੱਗਦਾ ਸੀਗਾ ਅੰਦਰ ਜਿਹੜਾ ਇਹ ਚੀਜ਼ਾਂ ਹੋ ਰਹੀਆਂ ਨੇ? ਜੀ, ਇਸ ਤੋਂ ਬਾਅਦ ਤਕਰੀਬਨ ਕਾਫੀ ਜਾਦੂ ਟੂਣੇ ਜਿਹੜੇ ਆ ਉਹਨਾਂ ਦਾ ਸਾਹਮਣਾ, ਸ਼ੈਤਾਨੀ ਤਾਕਤਾਂ ਦਾ ਸਾਹਮਣਾ ਕੀਤਾ, ਔਰ ਜਿਹੜੀਆਂ ਕਿ ਆਪਣੇ ਪਹਿਲਾਂ ਕਦੀ ਵੀ ਮਹਿਸੂਸ ਨਹੀਂ ਸੀ ਕੀਤਾ। ਜਦੋਂ ਅਸੀਂ ਪ੍ਰਭੂ ਦੇ ਨਾਲ ਜੁੜੇ ਹਾਂ ਤੇ ਇਹਨਾਂ ਚੀਜ਼ਾਂ ਨੂੰ ਅਸੀਂ ਜਿਹੜਾ ਉਹ ਸਾਹਮਣਾ ਕੀਤਾ ਹੈ। ਔਰ ਇਹ ਜਿਹੜੀਆਂ ਗੱਲਾਂ ਜਿਹੜੀਆਂ ਇੱਥੇ ਆ ਕੇ ਜਦੋਂ ਅਸੀਂ ਬਟਾਲਾ ਸ਼ਹਿਰ ਦੇ ਵਿੱਚ ਆਏ ਹਾਂ, ਸਿਟੀ ਦੇ ਵਿੱਚ ਅਸੀਂ ਘਰ ਲਿਆ ਵਾ,
ਤੇ ਉਦੋਂ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਸਾਨੂੰ ਜਿਹੜੀਆਂ ਉਹ ਨਜ਼ਰ ਆਈਆਂ, ਔਰ ਇਹਨਾਂ ਨੇ ਸਾਨੂੰ ਤੰਗ ਪਰੇਸ਼ਾਨ ਇਹਨਾਂ ਇਸ ਤੋਂ ਛੁਟਕਾਰਾ ਕਿਸ ਤਰ੍ਹਾਂ ਤੁਹਾਨੂੰ ਮਿਲਿਆ? ਇਸ ਤੋਂ ਹਾਂ। ਛੁਟਕਾਰਾ ਕਰਨ ਦਾ ਮਤਲਬ ਕਿਸ ਕਾਰਨ ਤੁਹਾਨੂੰ ਕਿਸ ਤਰ੍ਹਾਂ ਉਹ ਇੱਥੋਂ ਹੋਇਆ ਜੀ। ਛੁਟਕਾਰਾ? ਜਦੋਂ ਮੈਂ ਦੱਸਿਆ ਕਿ ਜਦੋਂ ਸਾਡੇ ਆਂਢ ਗੁਆਂਢ ਸਾਡੇ ਜਿਹੜੇ ਜਿੰਨੇ ਵੀ ਆ ਉਹਨਾਂ ਨੇ ਕਹਿਣਾ ਕਿ ਪ੍ਰਭੂ ਦੇ ਘਰ ਵਿੱਚ ਯਿਸੂ ਮਸੀਹ ਦੀ ਚਰਚ ਵਿੱਚ ਜਾਓ, ਤੇ ਮੈਂ ਉਹਨਾਂ ਦੇ ਨਾਲ ਗੁੱਸੇ ਹੋਣਾ, ਗਿਲਾ ਕਰਨਾ ਵੀ ਮੈਂ ਨਹੀਂ ਜਾ ਸਕਦਾ ਕਿਉਂਕਿ ਮੈਂ ਅੰਨੇ ਜਾਤੀ ਦੇ ਵਿੱਚੋਂ। ਸੋ ਇੱਕ ਦਿਨ ਕਰਦੇ ਕਰਦੇ ਸਮਾਂ ਬੀਤਦਾ ਜਾਂਦਾ, ਮੇਰੀ ਵਾਈਫ ਨੇ ਮੈਨੂੰ ਕਿਹਾ, ਤਾਂ ਫਿਰ ਇੱਕ ਦਿਨ ਗਏ ਪ੍ਰਭੂ ਦੇ ਘਰ ਵਿੱਚ। ਇਸ ਤੋਂ ਤਕਰੀਬਨ ਧਾਰੀਵਾਲ ਉਸ ਚਰਚ ਵਿੱਚ ਪਹਿਲੀ ਵਾਰ ਅਸੀਂ ਜਦੋਂ ਗਏ ਹਾਂ, ਤਾਂ ਉਸ ਜਗ੍ਹਾ 'ਤੇ ਜਾ ਕੇ ਪਰਮੇਸ਼ਵਰ ਦੀ ਜਿਹੜੀ ਵਚਨ ਨੂੰ, ਕਲਾਮ ਨੂੰ ਸੁਣਿਆ ਵਾ। ਲੇਕਿਨ ਇਹਨਾਂ ਸਮਝ ਨਹੀਂ ਸਾਨੂੰ ਆਇਆ ਕਿਉਂਕਿ ਉਸ ਸਮੇਂ ਨਵੇਂ ਸੀ, ਸਾਨੂੰ ਇਹਨਾਂ ਸਮਝ ਨਹੀਂ ਸੀ। ਲੇਕਿਨ ਕੁਛ ਸ਼ਾਂਤੀ ਸਾਨੂੰ ਜਿਹੜੀ ਆ ਉਹ ਘਰ ਆ ਕੇ ਪ੍ਰਾਪਤ ਹੋਈ। ਉੱਥੇ ਬੈਠਿਆਂ ਤੇ ਡਾਊਟ ਹੀ ਮਨ 'ਚ ਚੱਲਦੇ ਰਹੇ ਵੀ ਇਹ ਜਿਹੜੇ ਮਤਲਬ ਕਿ ਪੇੜ ਲੋਕ ਨੇ, ਮਤਲਬ ਪੈਸੇ ਦਿੱਤੇ ਨੇ, ਖਰੀਦੇ ਹੋਏ ਲੋਕ ਆ ਜਾਂ ਆਪਣਾ ਰੋਟੀ ਰੁਜ਼ਗਾਰ ਚਲਾਉਂਦੇ ਪਏ ਨੇ, ਇਹ ਆਮ ਜਿਹੀਆਂ ਗੱਲਾਂ ਮੇਰੇ ਮਨ 'ਚ ਸੀ। ਨੈਗੇਟਿਵਿਟੀ ਯਾਨੀ ਕਿ ਜ਼ਿਆਦਾ ਕੰਮ ਕਰ ਰਹੀ ਸੀ। ਸੋ ਉਸ ਤੋਂ ਬਾਅਦ ਤਕਰੀਬਨ ਆਪਾਂ 6 ਮਹੀਨੇ ਸਾਲ ਖੰਡ ਮੇਰੇ ਖਿਆਲ ਇਹਦੇ ਵਿੱਚ ਜਿਹੜਾ ਵਾ ਉਹ ਲਗਾਤਾਰ ਚਰਚ ਜਾਂਦੇ ਰਹੇ। ਤੋ ਔਰ ਤਕਰੀਬਨ ਮੇਰੀ ਵਾਈਫ ਨੂੰ ਇੱਕ ਲੇਡੀਜ਼ ਨਰਸ ਨੇ ਕਿਹਾ ਵੀ ਤੁਹਾਡੇ ਇੱਕ ਪਰ ਡੇ ਦੀ 800 ਰੁਪਇਆ ਜਿਹੜਾ ਇੱਕ ਦਿਨ ਦਾ ਲੱਗੇਗਾ ਤੁਹਾਡੇ ਟਰੀਟ ਦੇ ਲਈ, ਤੁਹਾਡਾ ਜਿਹੜਾ ਬੋਡੀ ਦਾ ਟਰੀਟ ਕੀਤਾ ਜਾਵੇਗਾ, ਤੇ ਜਿਸ ਤੋਂ ਬਾਅਦ ਤੁਸੀਂ ਬੇਬੀ ਤੁਹਾਨੂੰ ਮਿਲ ਸਕਦਾ ਹੈ। ਸੋ ਮੇਰੀ ਇੰਨੀ ਇਨਕਮ ਨਹੀਂ ਸੀ ਕਿ ਮੈਂ ਪਰ ਡੇ 800 ਰੁਪਇਆ ਉਹਨਾਂ ਨੂੰ ਪੇ ਕਰ ਸਕਦਾ। ਤੋ ਉਸ ਸਮੇਂ ਮੈਂ ਜਦੋਂ ਸਾਰਾ ਕੁਝ ਥੱਕ ਗਏ, ਟੁੱਟ ਗਏ, ਮਤਲਬ ਪੈਸੇ ਵੀ ਹੁਣ ਨਹੀਂ ਸੀ ਰਹੇ, ਮਤਲਬ ਇੰਨੇ ਪੈਸੇ ਖਰਚ ਕਰਨ ਦੇ ਲਈ, ਫਿਰ ਇੱਕ ਕੱਪੜਾ ਲੈ ਕੇ ਅਸੀਂ ਤੇ ਥੱਲੇ ਵਿਛਾ ਕੇ ਤੇ ਜ਼ਮੀਨ ਦੇ ਉੱਤੇ ਦੁਆ ਕਰਨੀ ਸਟਾਰਟ ਕਰ ਦਿੱਤੀ। ਤੁਸੀਂ ਔਰ ਤੁਹਾਡੀ ਵਾਈਫ ਨੇ? ਹਾਂ, ਮੈਂ ਔਰ ਮੇਰੀ ਵਾਈਫ ਨੇ, ਔਰ ਮੇਰੇ ਛੋਟੇ ਸਿਸਟਰ ਨੇ, ਮੇਰਾ ਬ੍ਰਦਰ ਸੀ। ਅਸੀਂ ਮਿਲ ਕੇ ਪ੍ਰਭੂ ਦੀ ਦੁਆ ਕਰਦੇ ਨੇ ਪ੍ਰਭੂ ਦੇ ਅੱਗੇ। ਔਰ ਉਦੋਂ ਨਵੇਂ ਸੀ, ਜੋਸ਼ ਜ਼ਿਆਦਾ ਸੀ, ਉੱਚੀ ਦੁਆ ਕਰਨੀ ਆ, ਤੇ ਲੋਕਾਂ ਨੇ ਜਿਹੜੇ ਸਾਨੂੰ ਮਖੌਲ ਵੀ ਕਰਨੇ ਆ ਵੀ ਇਹ ਨਵੇਂ ਮਤਲਬ ਕਿ ਵਿਸ਼ਵਾਸੀ ਬਣੇ ਇਸ ਤਰ੍ਹਾਂ। ਲੇਕਿਨ ਸਾਡਾ ਧਿਆਨ ਪਰਮੇਸ਼ਰ ਦੇ ਹੀ, ਖੁਦਾਵੰਦ ਨੂੰ। ਹੁਣ ਸਾਡੇ ਕੋਲ ਪੈਸੇ ਵੀ ਹੈ ਨਹੀਂ ਆ ਤੇ ਟਾਈਮ ਵੀ ਹੈ ਨਹੀਂ, ਕਿਉਂਕਿ ਟਾਈਮ ਬੀਤਦਾ ਜਾ ਰਿਹਾ ਵਾ। ਤੇ ਖੁਦਾਵੰਦ ਦੀ ਕਿਰਪਾ ਐਸੀ ਹੋਈ ਵੀ ਉਸੇ ਮਹੀਨੇ ਵਿੱਚ ਅਸੀਂ ਦੁਆ ਕੀਤੀ ਆ, ਤੇ ਪ੍ਰਭੂ ਦੇ ਦਾਸ, ਪ੍ਰਭੂ ਦੇ ਜਿਹੜੇ ਵਿਸ਼ਵਾਸੀ ਕਲੀਸਿਆਵਾਂ ਨੇ ਦੁਆਵਾਂ ਕੀਤੀਆਂ, ਤੇ ਉਸੇ ਮਹੀਨੇ 'ਚ ਖੁਦਾਵੰਦ ਦੀ ਕਿਰਪਾ ਹੋਈ ਆ। ਤੇ ਜਦੋਂ ਮੇਰੀ ਵਾਈਫ ਨੇ ਮਤਲਬ ਕਿ ਉਹ ਜਿਹੜੀ ਪ੍ਰੈਗਨੈਂਸੀ ਸਟੈਪ ਦੇ ਉੱਤੇ ਜਿਹੜੀ ਉਹ ਚੈੱਕ ਕੀਤਾ, ਤੇ ਉਹਦੇ ਉੱਤੇ ਜਿਹੜਾ ਪੋਜ਼ਿਟਿਵ ਆਇਆ, ਪ੍ਰੈਗਨੈਂਸੀ ਪੋਜ਼ਿਟਿਵ ਆਈ। ਅਕਸਰ ਹੀ ਜਦੋਂ ਪਹਿਲਾਂ ਕਰਦੇ ਸੀ ਉਦੋਂ ਨੈਗੇਟਿਵ ਹੀ ਆਉਂਦੀ ਸੀ। ਤੋ ਮੈਨੂੰ ਫਿਰ ਵੀ ਵਿਸ਼ਵਾਸ ਨਹੀਂ ਸੀ। ਮੈਂ ਕਿਹਾ ਇਹ ਮਤਲਬ ਇਸ ਤਰ੍ਹਾਂ ਹੋ ਸਕਦਾ ਵਾ, ਲੇਕਿਨ ਬਾਅਦ ਵਿੱਚ ਫਿਰ ਇਸ ਤਰ੍ਹਾਂ ਹੀ ਹੋਣਾ ਵਾ ਜਿਸ ਤਰ੍ਹਾਂ ਪਹਿਲਾਂ ਹੁੰਦਾ ਆਇਆ ਸਾਡੇ ਨਾਲ। ਇੰਨਾ ਵਿਸ਼ਵਾਸ ਨਹੀਂ ਸੀ। ਲੇਕਿਨ ਦਿਨ ਗੁਜ਼ਰਦੇ ਗਏ, ਮਹੀਨੇ ਗੁਜ਼ਰਦੇ ਗਏ, ਵਾਕਿਆ ਹੀ ਫਿਰ ਸਾਰਾ ਕੁਝ ਸਾਹਮਣੇ ਆਉਂਦਾ ਗਿਆ। ਤੇ ਇਸ ਤੋਂ ਬਾਅਦ ਫਿਰ ਵੀ ਦੌਰ ਜਿਹੜਾ ਬੜਾ ਬੁਰਾ ਗੁਜ਼ਰਿਆ, ਜਦੋਂ ਬੱਚਾ ਕੁੱਖ ਦੇ ਵਿੱਚ ਸੀ, ਤੇ ਡਾਕਟਰਾਂ ਨੇ ਉਸ ਸਮੇਂ ਵੀ ਜਵਾਬ ਦੇ ਦਿੱਤਾ। ਉਸ ਟਾਈਮ ਵੀ ਤੁਹਾਡਾ ਵਿਸ਼ਵਾਸ ਡਾਵਾਂਡੋਲ ਸੀਗਾ, ਪੂਰਾ ਰੂਪ ਤੇ ਤੁਸੀਂ ਵਿਸ਼ਵਾਸ 'ਚ ਨਹੀਂ ਸੀ ਆ ਰਹੇ? ਬਿਲਕੁਲ। ਮੇਰੇ ਕੋਲ ਅੱਜ ਵੀ ਉਹ ਰਿਪੋਰਟਾਂ ਇਸ ਲਈ ਮੈਂ ਸਾਂਭ ਕੇ ਰੱਖੀਆਂ ਕਿ ਜਦੋਂ ਮੈਂ ਖੁਦਾ ਦੇ ਅੱਗੇ ਰੋਇਆ ਸੀ, ਤੇ ਮੈਂ ਖੁਦਾਵੰਦ ਨੂੰ ਇਹੀ ਕਿਹਾ ਸੀ, ਪਰਮੇਸ਼ਵਰ ਜਦ ਤੂੰ ਦੇਵੇਂ, ਤੇ ਪਰਮੇਸ਼ਵਰ ਜੋ ਵੀ ਹੋਵੇ, ਬੇਟਾ ਹੋਵੇ ਬੇਟੀ ਹੋਵੇ, ਖੁਦਾਵੰਦ ਤੇਰੀ ਸੇਵਾ ਕਰੇਗਾ। ਤੇ ਅੱਜ ਵੀ ਮੈਨੂੰ ਇਹ ਯਾਦ ਹੈ ਗੱਲ ਦਾ ਵੀ ਮੈਂ ਉਸ ਬੇਟੇ ਨੂੰ ਪ੍ਰਭੂ ਦੀ ਸੇਵਾ ਦੇ ਵਿੱਚ ਖੜਾ ਕਰਨਾ ਵਾ ਜਦ ਤੱਕ ਮੈਂ ਜੀਵਤ ਹਾਂ। ਸੋ ਇਹ ਮੇਰੀ ਦਿਲੀ ਇੱਛਾ ਵਾ, ਅੱਗੇ ਖੁਦਾਵੰਦ ਦੀ ਇੱਛਾ ਵਾ ਜੀ। ਸੋ ਪਰਮੇਸ਼ਵਰ ਨੇ ਉਹ ਸਾਰਾ ਹੀ ਜਿਹੜਾ ਮੇਰਾ ਕੰਮ ਸੀ ਬੜਾ ਵਧੀਆ ਕਰ ਦਿੱਤਾ। ਹਸਪੀਟਲ ਦੇ ਵਿੱਚ ਬੜਾ ਅੱਛੇ ਤਰੀਕੇ ਦੇ ਨਾਲ ਉਹ ਕੇਸ ਹੋਇਆ, ਔਰ ਜਦੋਂ ਬੇਟਾ ਪੈਦਾ ਹੋਇਆ ਤਾਂ ਉਹਦੇ ਸਿਰ ਦੇ ਉੱਤੇ ਕ੍ਰੋਸ ਸੀ, ਉਹਦੀਆਂ ਅੱਖਾਂ ਨੀਲੀਆਂ ਸਨ, ਰੰਗ ਉਹਦਾ ਬਹੁਤ ਹੀ ਸੋਹਣਾ ਗੋਰਾ ਸੀ, ਚਿੱਟਾ ਸੀ। ਤੇ ਅੱਜ ਵੀ ਬਹੁਤ ਹੀ ਮਤਲਬ ਕਿ ਉਹਨੂੰ ਡਾਕਟਰ ਜਿਹੜੇ ਕ੍ਰੋਸ ਕਿਸ ਤਰ੍ਹਾਂ ਉਹਨਾਂ ਦੇ ਬਣੀ ਸੀ? ਇਸ ਤਰ੍ਹਾਂ ਸਿਰ ਤੇ ਆ ਕੇ ਨਾ ਕ੍ਰੋਸ ਬਣੀ ਸੀ। ਉਹ ਉਸ ਚੀਜ਼ ਨੂੰ ਅਸੀਂ ਦੇਖਦੇ ਸੀ, ਲੇਕਿਨ ਉਹ ਡਾਕਟਰ ਸਪੈਸ਼ਲ ਉਸ ਜਿਹੜਾ ਡਾਕਟਰ ਨੇ ਉਹਨੂੰ ਕੀਤਾ ਸੀ ਮਿਲਣ ਦੇ ਲਈ, ਖੇਡਣ ਦੇ ਲਈ ਉਹਦੇ ਨਾਲ ਆਉਂਦਾ ਸੀ ਵੀ ਤੁਹਾਡਾ ਬੇਟਾ ਬਹੁਤ ਖੂਬਸੂਰਤ ਹੈ, ਸੋਹਣਾ ਹੈ, ਕਿਉਂਕਿ ਖੁਦਾਵੰਦ ਦੀ ਦੇਣ ਸੀ, ਪਰਮੇਸ਼ਵਰ ਨੇ ਸਾਨੂੰ ਬਲੈਸਡ ਸੀ ਜੀ। ਤੇ ਇਸ ਤੋਂ ਬਾਅਦ ਜਦੋਂ ਬੇਟਾ ਜਿਹੜਾ ਕੁਝ ਸਾਲ ਦਾ, 1.5 ਸਾਲ ਦਾ ਹੋ ਗਿਆ, ਤੇ ਉਸ ਤੋਂ ਬਾਅਦ ਮੈਂ ਦੁਬਈ ਵਿੱਚ ਚਲਾ ਗਿਆ ਕੰਮ ਕਾਰ ਦੇ ਲਈ। ਦੁਬਈ ਵਿੱਚ ਜਾਣ ਤੋਂ ਬਾਅਦ ਵਿੱਚ ਫਿਰ ਮੇਰੀ ਵਾਈਫ ਨੂੰ ਪੈਰਾਲਾਈਜ਼ ਹੋ ਗਿਆ। ਤੋ ਪੈਰਾਲਾਈਜ਼ ਹੋਣ ਦੇ ਕਾਰਨ ਮੈਨੂੰ ਫਿਰ ਐਮਰਜੈਂਸੀ ਉਸ ਜਗ੍ਹਾ ਤੋਂ ਆਉਣਾ ਪਿਆ, ਕਿਉਂਕਿ ਮੇਰੀ ਵਾਈਫ ਹਾਲੇ ਥੋੜ੍ਹੀ ਉਮਰ ਦੀ ਸੀ, ਤੇ ਮੈਂ ਵੀ
ਛੋਟੀ ਉਮਰ ਦਾ ਸੀ, ਅੱਜ ਤੋਂ ਤਕਰੀਬਨ 7-8 ਸਾਲ ਪਹਿਲਾਂ ਦੀ ਗੱਲ ਆ। ਤੋ ਇੰਨੀ ਛੋਟੀ ਉਮਰ ਦੇ ਵਿੱਚ ਪੈਰਾਲਾਈਜ਼ ਹੋ ਜਾਣਾ, ਲੋਕਾਂ ਦੇ ਤਾਨੇ ਮੀਨੇ ਸੁਣਨੇ ਵੀ ਬਟ ਬੇਟਾ ਤੇ ਜਨਮ ਮਿਲ ਗਿਆ, ਔਲਾਦ ਮਿਲ ਗਈ ਹੈ ਲੇਕਿਨ ਸੰਭਾਲਣ ਸੁੱਖ ਨਹੀਂ ਮਿਲਦਾ, ਸੁੱਖ ਨਹੀਂ ਕਿਤੇ ਵੀ, ਉਹਨੂੰ ਕੌਣ ਸੰਭਾਲੇਗਾ, ਕੌਣ ਪਾਲੇਗਾ। ਤੇ ਮੇਰੇ ਮਨ 'ਚ ਵੀ ਇਹੋ ਹੀ, ਫਿਰ ਮੈਂ ਰੋਂਦਾ ਕਲਪਿਆ। ਉੱਥੇ ਮੈਂ ਆਪਣੇ ਅਫਸਰਾਂ ਨੂੰ ਕਿਹਾ ਵੀ ਮੈਨੂੰ ਅੱਜ ਹੀ ਛੁੱਟੀ ਚਾਹੀਦੀ, ਮੈਂ ਆਪਣੀ ਵਾਈਫ ਨੂੰ ਜਾ ਕੇ ਮਿਲਣਾ, ਪਤਾ ਨਹੀਂ ਕੀ ਹੋ ਜਾਣਾ ਕੀ ਹੋ। ਤੇ ਜਿੰਨੀ ਵੀ ਮੇਰੇ ਕੋਲ ਪੈਸਾ ਸੀ, ਜਿਹੜਾ ਮੈਂ ਇਨਵੈਸਟ ਕੀਤਾ ਸੀ, ਸਾਰਾ ਮੈਂ ਆਪਣੀ ਵਾਈਫ ਤੇ ਲਾ ਦਿੱਤਾ। ਇਹ ਠੀਕ ਹੋਣੀ ਚਾਹੀਦੀ ਆ। ਤਾਂ ਖੁਦਾਵੰਦ ਦੀ ਕਿਰਪਾ ਹੋਈ, ਪ੍ਰਭੂ ਦੇ ਦਾਸ ਪਾਸਟਰ ਰਾਜਕੁਮਾਰ ਜੀ ਜਿਹੜੇ IPC ਅਦਨ ਚਰਚ ਬਟਾਲਾ ਤੋਂ ਨੇ, ਪਾਸਟਰ ਹਰਦੇਵ ਜੀ ਔਰ ਪ੍ਰਭੂ ਦੀ ਕਲੀਸਿਆ, ਜਿੰਨੇ ਵੀ ਪ੍ਰਭੂ ਦੇ ਲੋਕ ਸਨ, ਇਹਨਾਂ ਦੁਆਵਾਂ ਮਿਲ ਕੇ ਕੀਤੀਆਂ ਤੇ ਅੱਜ ਉਹ ਨਾਰਮਲ ਹੈ। ਤੇ ਉਸ ਤੋਂ ਬਾਅਦ ਪੈਰਾਲਾਈਜ਼ ਖਤਮ ਹੋ ਗਿਆ, ਪੈਰਾਲਾਈਜ਼ ਬਿਲਕੁਲ ਖਤਮ, ਬਿਲਕੁਲ ਫ੍ਰੀ ਆ, ਕੋਈ ਵੀ ਪ੍ਰੋਬਲਮ ਕੋਈ ਨਹੀਂ, ਦੁਸ਼ਟ ਆਤਮਾ ਨਹੀਂ ਹੈ, ਕੋਈ ਪੈਰਾਲਾਈਜ਼ ਦੇ ਕੋਈ ਸਿੰਪਟਮ ਨਹੀਂ ਹੈ ਵਿੱਚ ਹਲੇ ਵੀ। ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਜਦ ਕਿ ਪਹਿਲਾਂ ਛੋਟੀ ਛੋਟੀ ਗੱਲ ਤੋਂ ਅਸੀਂ ਦੁਸ਼ਟ ਆਤਮਾ ਦੇ ਕਾਰਨ ਵੱਡੀਆਂ ਵੱਡੀਆਂ ਲੜਾਈਆਂ ਸਾਡੀਆਂ ਤਲਾਕ ਤੱਕ ਨੌਬਤ ਆਈ ਆ। ਸੋ ਇਹ ਮੇਰੀ ਵਾਈਫ ਵੀ ਤੁਹਾਨੂੰ ਦੱਸ ਸਕਦੀ ਸੀ, ਕਿਉਂਕਿ ਉਹ ਵੀ ਇਹਨਾਂ ਹਾਲਾਤਾਂ ਦੇ ਵਿੱਚੋਂ ਗੁਜ਼ਰੀ ਆ। ਤੇ ਬੜੀ ਅੱਜ ਦੇ ਮਾਹੌਲ ਦੇ ਵਿੱਚ ਤੁਸੀਂ ਬਿਲਕੁਲ ਬਲੈਸਡ ਹੋ। ਔਰ ਬ੍ਰਦਰ ਤੁਸੀਂ ਦੱਸਿਆ ਸੀ ਮਤਲਬ ਦੁਬਈ ਦੇ ਵਿੱਚ ਵੀ ਤੁਹਾਡੀ ਸੇਵਕਾਈ ਕਿਸ ਤਰ੍ਹਾਂ ਰਹੀ, ਤੁਹਾਡਾ ਵਿਸ਼ਵਾਸ? ਜੀ, ਦੁਬਈ ਦੇ ਵਿੱਚ ਤਾਂ ਪ੍ਰਭੂ ਦੇ ਉੱਥੇ ਜਬਲ ਅਲੀ ਜਿਹੜਾ ਇੱਕ ਏਰੀਆ ਵਾ, ਪਾਰਕੋ ਜਬਲ ਅਲੀ, ਉਸ ਜਗ੍ਹਾ 'ਤੇ ਅਸੀਂ ਪ੍ਰਭੂ ਦੀ ਮਹਿਮਾ ਕਰਦੇ ਰਹੇ ਹਾਂ। ਸੋ ਪ੍ਰਭੂ ਦੇ ਦਾਸ ਉਸ ਜਗ੍ਹਾ 'ਤੇ ਹਨ, ਉਹ ਚੰਗੀ ਤਰ੍ਹਾਂ ਸਾਡੇ ਵਾਕਫ ਸਨ, ਉਹ ਸਾਨੂੰ ਲੈ ਕੇ ਜਾਂਦੇ ਸਨ, ਬੜਾ ਪਿਆਰ ਮੁਹੱਬਤ ਕਰਦੇ ਸਨ। ਉਸ ਤੋਂ ਬਾਅਦ ਜਦੋਂ ਮੈਂ ਕੁਵੈਤ ਵਿੱਚ ਗਿਆ, ਉਦੋਂ ਫਿਰ ਸਾਡੀਆਂ ਜਿਹੜੀਆਂ ਆਪਣੀ ਜਿਹੜੀ ਅਸੀਂ ਉਸ ਜਗ੍ਹਾ 'ਤੇ 4-5 ਲੋਕ ਸਨ, ਜਦੋਂ ਅਸੀਂ ਪਰਮੇਸ਼ਰ ਦੀ ਮਹਿਮਾ ਕੀਤੀ, ਖੁਦਾਵੰਦ ਦੀ ਇੱਕ ਰੂਮ ਦੇ ਵਿੱਚ ਸਾਂ। ਲੇਕਿਨ ਖੁਦਾਵੰਦ ਦੀ ਕਿਰਪਾ ਐਸੀ ਹੋਈ ਆ, ਮਿਹਨਤ ਕੀਤੀ ਖੁਦਾਵੰਦ ਨੇ ਉਸ ਜਗ੍ਹਾ 'ਤੇ ਸਾਡੇ ਦੁਆਰਾ, ਜਾਂ ਪਰਮੇਸ਼ਰ ਨੂੰ ਜੋ ਵੀ ਅੱਛਾ ਲੱਗਾ ਉਹਨੇ ਕੀਤਾ। ਤੇ ਬਹੁਤ ਸਾਰੇ ਲੋਕ ਉਸ ਜਗ੍ਹਾ 'ਤੇ ਸਾਨੂੰ ਇੱਕ ਵੱਡਾ ਹਾਲ ਲੈਣਾ ਪਿਆ ਜੀ, ਕੰਗ੍ਰੈਗੇਸ਼ਨ ਮਤਲਬ ਵਾਧੀ, ਵਿਸ਼ਵਾਸੀ ਵਾਧੇ ਗਏ ਔਰ ਮੈਰੀਕਲਸ ਹੁੰਦੇ ਰਹੇ। ਕਈ ਵਾਰ ਕਈ ਲੋਕ ਇਸ ਤਰ੍ਹਾਂ ਪ੍ਰਚਾਰ ਸੁਣ ਕੇ ਉਹਨਾਂ ਨੇ ਉਸੇ ਵੇਲੇ ਕਿਹਾ, ਭਾਈ ਜੀ ਅਸੀਂ ਅੱਜ ਹੀ ਬਪਤਿਜ਼ਮ ਲੈਣਾ। ਸੋ ਉਹਨਾਂ ਨੇ ਬਪਤਿਜ਼ਮ ਲਏ ਵੀ ਖੁਦਾਵੰਦ ਦੇ ਵਿੱਚ। ਕਿਹੜੀ ਜਗ੍ਹਾ ਦੁਬਈ ਤੋਂ ਇਲਾਵਾ ਹੋਰ ਕਿਹੜੀ ਜਗ੍ਹਾ ਤੁਹਾਨੂੰ? ਕੁਵੈਤ ਜਦੋਂ ਅਸੀਂ ਮੀਨਾਜ਼ੋਲ ਸੀ, ਤੇ ਫਿਰ ਸਲੀਬੀਆ ਸੀ, ਫਿਰ ਅਲਜ਼ਾਹਰਾ ਸੀ। ਅੱਜ ਵੀ ਉਹ ਸੰਗਤਾਂ ਜਿਹੜੀਆਂ ਚੱਲਦੀਆਂ ਪਈਆਂ ਤੁਹਾਡੇ ਕੰਟੈਕਟ ਦੇ ਵਿੱਚ ਹੈਗੇ ਨੇ? ਅੱਜ ਵੀ ਸਾਡੇ ਕੰਟੈਕਟ ਦੇ ਵਿੱਚ ਨੇ, ਔਰ ਅੱਜ ਵੀ ਉਹ ਜਿਹੜੀਆਂ ਉੱਥੇ ਸੰਗਤਾਂ ਜਿਹੜੀਆਂ ਵਾ ਉਹ ਚੱਲਦੀਆਂ ਪਈਆਂ ਨੇ ਜੀ। ਤੇ ਉੱਥੇ ਸਾਡੇ ਨਾਲ ਇੱਕ ਪ੍ਰਭੂ ਦੇ ਦਾਸ ਸਨ, ਪਾਸਟਰ ਰਜਨ ਜੀ ਬਹੁਤ ਜਸੇ ਕੇਰਲਾ ਤੋਂ ਸਨ, ਉਹਨਾਂ ਨੇ ਵੀ ਸਾਡੀ ਬਹੁਤ ਅੱਛੀ ਸਪੋਰਟ ਕੀਤੀ। ਉਸ ਤੋਂ ਬਾਅਦ ਅਗਲਾ ਦੌਰ ਜਿਹੜਾ ਸੀ ਮੇਰਾ, ਜਿਹੜਾ ਟੂਰ ਜਿਹੜਾ ਕਤਰ ਦਾ ਸੀ, ਕਤਰ ਦੇ ਵਿੱਚ ਵੀ ਇਸ ਤਰ੍ਹਾਂ ਹੀ ਅਸੀਂ ਸ਼ੈੱਡਆਊਨ 'ਤੇ ਗਏ ਸੀ, ਤਕਰੀਬਨ 3 ਤੋਂ 4 ਮਹੀਨੇ ਦੀ ਸ਼ੈੱਡਆਊਨ ਸੀ। ਤੇ ਜਦੋਂ ਗਏ ਆ ਤੇ ਜਾਂਦੇ ਮੇਰੇ ਡਿਸਕ ਦੀ ਪ੍ਰੋਬਲਮ ਪੈ ਗਈ ਆ, ਤੇ ਮੈਂ ਬਹੁਤ ਹੀ ਨਿਰਾਸ਼ ਹੋਇਆ ਇਸ ਗੱਲ ਤੋਂ, ਕਿਉਂਕਿ ਉਹ ਮੇਰਾ ਜਿਹੜਾ ਕੰਮ ਸੀ, ਸਕੈਫੋਲਡਿੰਗ ਦਾ ਕੰਮ ਸੀ, ਬਹੁਤ ਥੋੜਾ ਹੈਵੀ ਕੰਮ ਸੀ, ਔਰ ਕੰਪਨੀ ਵੀ ਥੋੜੀ ਜਿਹੜੀ ਆ ਉਹ ਜ਼ਿਆਦਾ ਕੰਮ ਲੈਣ ਵਾਲੀ ਕੰਪਨੀ ਸੀ। ਲੇਕਿਨ ਖੁਦਾਵੰਦ ਦੇ ਅੱਗੇ ਦੁਆ ਕੀਤੀ, ਪ੍ਰਭੂ ਦੇ ਦਾਸਾਂ ਨੇ ਦੁਆ ਕੀਤੀ ਆ, ਤੇ ਬਿਲਕੁਲ ਨਾਰਮਲ ਸੀ ਉਸ ਜਗ੍ਹਾ। ਤੇ ਫਿਰ ਅਸੀਂ ਇੱਕ ਨਵੀਂ ਜਿਹੜੀ ਆ ਆਪਣੇ ਜਿਹੜੇ ਰੂਮ ਦੇ ਵਿੱਚ ਸੇਵਕਾਈ ਸ਼ੁਰੂ ਕੀਤੀ। ਉਸ ਜਗ੍ਹਾ 'ਤੇ ਤਕਰੀਬਨ ਅਸੀਂ ਮੰਨ ਕੇ ਚੱਲੋ ਕਿ 6-7 ਜਾਣੇ ਸੀ, 6-7 ਤੋਂ 10 ਜਾਣੇ ਹੋ ਗਏ, 15 ਜਾਣੇ ਹੋ ਗਏ ਤਕਰੀਬਨ। ਜਦੋਂ ਅਸੀਂ ਵੱਡਾ ਦਿਨ ਮਨਾਉਂਦੇ ਆ ਤੇ ਸਾਡਾ 30-35 ਲੋਕ ਜਿਹੜੇ ਹੋ ਚੁੱਕੇ ਸੀ, ਔਰ ਉਸ ਤੋਂ ਅਲੱਗ-ਅਲੱਗ ਦੇਸ਼ਾਂ ਦੇ ਲੋਕ ਸੀ, ਜਿਸ ਤਰ੍ਹਾਂ ਪਾਕਿਸਤਾਨ ਤੋਂ ਕੁਝ ਲੋਕ ਸੀ ਜਿਹੜੇ, ਮੈਂ ਨਾਮ ਲੈਣਾ ਚਾਹਾਂਗਾ, ਭਾਈ ਸ਼ਮਸ਼ਾਦ ਜੀ ਬਹੁਤ ਅੱਛੇ ਖੁਦਾਵੰਦ ਦੀ ਅੱਜ ਵੀ ਸੇਵਾ ਕਰ ਰਹੇ ਨੇ ਪ੍ਰਭੂ ਦੀ। ਪਾਕਿਸਤਾਨ ਤੋਂ ਜੀ। ਅੱਛਾ, ਪਾਕਿਸਤਾਨ ਦੇ ਜਿਹੜੇ ਸੀਗੇ ਵਿਸ਼ਵਾਸੀ ਵੀਰ ਉਹ ਵੀ ਤੁਹਾਡੇ ਨਾਲ ਜੁੜੇ ਹੋਏ ਸੀ ਉੱਥੋਂ? ਜੀ, ਉਸ ਜਗ੍ਹਾ 'ਤੇ ਜੁੜੇ ਹੋਰ ਵੀ ਕਾਫੀ ਲੋਕ ਸਨ ਜਿਹੜੇ ਪਾਕਿਸਤਾਨ ਤੋਂ ਜੁੜੇ ਸਨ। ਭਾਈ ਸ਼ਮਸ਼ਾਦ ਖਾਸ ਕਰਕੇ, ਉਹਨਾਂ ਨੇ ਜਿਹੜਾ ਨਸ਼ਾ ਪੱਤਾ ਵੀ ਕਰਦੇ ਸਨ, ਬੀੜੀ ਪੱਤਾ, ਔਰ ਦੂਸਰੇ ਮਤਲਬ ਕਿ ਆਪਣਾ ਜਿਹੜੀ ਆ ਮਿਨਿਸਟਰੀਆਂ ਦੇ ਨਾਲ ਬਿਲੋਂਗ ਕਰਦੇ ਸੀ। ਲੇਕਿਨ ਪ੍ਰਭੂ ਦੀ ਉਹਨਾਂ ਨੇ ਕਲਾਮ ਨੂੰ ਸੁਣਿਆ, ਔਰ ਪਰਮੇਸ਼ਰ ਦੇ ਵਿੱਚ ਅੱਜ ਵੀ ਉਹ ਮੈਨੂੰ, ਉਹਨਾਂ ਦੀ ਲਾਈਫ ਤੁਹਾਡੇ ਵਾਂਗੂ ਚੇਂਜ ਹੋਈ ਔਰ ਅੱਜ ਉਹ ਵੀ ਖੁਦਾ ਦੇ ਨਾਮ ਦੇ ਵਿੱਚ ਵਧੇ ਹੋਏ ਨੇ। ਤਾਂ ਬਹੁਤ ਅੱਜ ਵੀ ਪਿਆਰ ਮੁਹੱਬਤ ਕਰਦੇ ਨੇ ਸਾਨੂੰ। ਇਹ ਸਾਰਾ ਜਿਹੜਾ ਗਰੁੱਪ ਤੁਹਾਡਾ ਰਿਹਾ, ਜਿਹੜਾ ਵੀ ਫੋਰਨ ਦੇ ਵਿੱਚ ਰਿਹਾ, ਅਰਬ ਕੰਟਰੀਜ਼ ਦੇ ਵਿੱਚ, ਇਹ ਸਾਰਾ ਤੁਹਾਡੇ ਕੰਟੈਕਟ ਦੇ ਵਿੱਚ ਅੱਜ ਵੀ ਹੈ? ਸਾਰਾ ਕੰਟੈਕਟ, ਇਹ ਸਾਰੇ ਮਿਲ ਕੇ ਤੁਸੀਂ ਇੱਕ ਵਾਰੀ ਖੁਦਾ ਦੀ ਮਹਿਮਾ ਕਰਦੇ ਰਹੇ ਹੋ, ਔਰ ਅੱਜ ਵੀ ਕਰਦੇ ਹੋ? ਜੀ। ਔਰ ਮੇਰੀ ਇੱਛਾ ਵਾ ਕਿ ਇਸੇ ਹੀ ਮਹੀਨੇ ਦੇ ਵਿੱਚ ਜਾਂ ਅਗਲੇ ਮਹੀਨੇ ਦੇ ਵਿੱਚ ਮੈਂ ਫਿਰ ਉਸ ਜਗ੍ਹਾ 'ਤੇ ਜਾਵਾਂਗਾ, ਆਪਣੇ ਭਰਾਵਾਂ ਦੇ ਨਾਲ ਮਿਲਾਂਗਾ। ਔਰ ਕੋਸ਼ਿਸ਼ ਇਹ ਹੈ ਵੀ ਜਿਹੜਾ ਕੰਮ ਨਹੀਂ ਕੀਤਾ ਸੀ ਉੱਥੇ, ਉਹ ਹੁਣ ਕਰਾਂਗੇ। ਔਰ ਜਿੱਥੇ ਵੀ ਜਾਂਦੇ ਆ, ਮਤਲਬ ਸਾਡੀ ਕੋਸ਼ਿਸ਼ ਤੇ ਇਹੋ ਹੀ ਹੈ ਵੀ ਪ੍ਰਭੂ ਜੋ ਸਾਨੂੰ ਖੁਦਾਵੰਦ ਨੇ ਦਿੱਤਾ, ਕਿੱਥੇ ਅਸੀਂ ਸਾਂ, ਕੁਝ ਵੀ ਨਹੀਂ ਸਾਂ, ਅੱਜ ਪਰਮੇਸ਼ਵਰ ਨੇ ਸਾਨੂੰ ਸਾਰਾ ਕੁਝ, ਚਲੋ ਸਾਡੇ ਨਾਲੋਂ ਵੱਧ ਕੇ ਦੂਸਰੇ ਲੋਕਾਂ ਨੂੰ ਵੀ ਦਿੱਤਾ। ਮੈਂ ਇਸ ਗੱਲ ਦੇ ਲਈ ਮਤਲਬ ਆਪਣੇ ਜੀਵਨ ਦੇ ਵਿੱਚ ਇਹ ਨਹੀਂ ਕਹਿੰਦਾ ਵੀ ਖੁਦਾਵੰਦ ਨੇ ਸਾਨੂੰ ਦੁਨਿਆਵੀ ਚੀਜ਼ਾਂ ਦਿੱਤੀਆਂ।
ਖਾਸ ਕਰਕੇ ਜਿਹਦੀ ਜ਼ਿੰਦਗੀ ਜਿਹੜੀ ਆ ਉਹ ਨਰਕ ਚੋਂ ਬਚ ਗਈ ਆ, ਪਾਪ ਤੋਂ ਬਚ ਗਈ ਆ, ਔਰ ਉਹ ਜਿਹੜੀ ਸ਼ੈਤਾਨ ਦੀਆਂ ਤਾਕਤਾਂ ਤੋਂ ਬਚ ਗਈ ਹੈ। ਇਸ ਤੋਂ ਵੱਡਾ ਸੇਵੀਅਰ ਕੋਈ ਨਹੀਂ ਹੈ। ਯਿਸੂ ਮਸੀਹ ਵੱਡਾ ਸੇਵੀਅਰ ਆ, ਔਰ ਉਹ ਸਭ ਕੁਝ ਕਰਨ ਵਾਲੀ ਤਾਕਤ ਰੱਖਦਾ ਹੈ। ਕਿਉਂਕਿ ਇੱਕ ਡਾਕਟਰ ਸਾਨੂੰ ਸਾਡੇ ਆਪਰੇਟ ਕਰ ਸਕਦਾ ਹੈ, ਡਾਕਟਰ ਸਾਡੀਆਂ ਜਿਹੜੀਆਂ ਹੱਡੀਆਂ ਨੂੰ ਜੋੜ ਸਕਦਾ ਹੈ, ਡਾਕਟਰ ਮਤਲਬ ਹੋ ਸਕਦਾ ਵੀ ਸਾਡੇ ਪ੍ਰਾਣਾਂ ਦੇ ਵਿੱਚ ਵੀ ਜਾਨ ਪਾ ਦੇਵੇ, ਲੇਕਿਨ ਡਾਕਟਰ ਸਾਨੂੰ ਵਿਭਾਚਾਰ ਤੋਂ ਨਹੀਂ ਰੋਕ ਸਕਦਾ ਜੀ। ਡਾਕਟਰ ਸਾਨੂੰ ਉਹ ਪਾਪ ਜਿਹੜੇ ਅਸੀਂ ਸੀਕ੍ਰੇਟਲੀ ਕਰਦੇ ਆ ਉਹਨਾਂ ਤੋਂ ਨਹੀਂ ਰੋਕ ਸਕਦਾ। ਇੱਕ ਮਸੀਹ ਯਿਸੂ ਹੈ ਜਿਹਨੇ ਸਾਨੂੰ ਇਹ ਬਾਈਬਲ ਦੇ ਦੁਆਰਾ ਤਾਲੀਮ ਦਿੱਤੀ ਕਿ ਅਸੀਂ ਪਵਿੱਤਰ ਹੁੰਦੇ ਜਾਈਏ। ਜਿਸ ਤਰ੍ਹਾਂ ਦਾ ਮੇਰਾ ਸੁਭਾਅ ਆ ਉਸ ਤਰ੍ਹਾਂ ਦਾ ਯਿਸੂ ਮਸੀਹ ਨੇ ਕਿਹਾ ਤੁਹਾਡਾ ਸੁਭਾਅ। ਬਾਈਬਲ ਦੀ ਇੱਕ ਵਚਨ ਮੇਰੇ ਅੰਦਰ ਬਹੁਤ ਅੱਛਾ ਸੋਹਣਾ ਕੰਮ ਕੀਤਾ। ਉਸ ਵਚਨ ਨੂੰ ਲੈ ਕੇ ਮੈਂ ਕਾਫੀ ਦੇਰ ਤੱਕ ਮੈਂ ਉਸ ਵਚਨ ਦੇ ਨਾਲ, ਖੁਦਾ ਦੇ ਉਹ ਵਚਨ ਨੇ ਤੁਹਾਡੀ ਜ਼ਿੰਦਗੀ ਜਿਹੜੀ ਆ ਬਦਲ ਕੇ ਰੱਖ। ਹਾਲੇਲੂਇਆ। ਤੇ ਉਹ ਵਚਨ ਜ਼ਬੂਰਾਂ ਦੀ ਪੋਥੀ ਜਦੋਂ ਅਸੀਂ ਪੜ੍ਹਦੇ ਹਾਂ 50 ਦਾ 23 ਬਾਬ ਉੱਥੇ ਲਿਖਿਆ, ਜਿਹੜਾ ਧੰਨਵਾਦ ਦੀ ਭੇਟ ਚੜਾਉਂਦਾ ਜੀ, ਉਹ ਮੇਰਾ ਜਿਹੜਾ ਵਾ ਵਡਿਆਈ ਕਰਦਾ, ਲੇਕਿਨ ਜਿਹੜਾ ਆਪਣੀ ਚਾਲ ਸੁਧਾਰਦਾ ਉਹ ਪਰਮੇਸ਼ਵਰ ਦੀ ਮੁਕਤੀ ਮੈਂ ਉਹਨੂੰ ਵਿਖਾਵਾਂਗਾ। ਕਹਿਣ ਦਾ ਮਕਸਦ ਇਹ ਹੈ ਵੀ ਜਿਨਨੇ ਆਪਣੀ ਚਾਲ ਨੂੰ ਸੁਧਾਰਿਆ ਖੁਦਾਵੰਦ ਉਹਨੂੰ ਮੁਕਤੀ ਦੇਵੇਗਾ। ਅੱਜ ਹੋ ਸਕਦਾ ਸਾਨੂੰ ਬੱਚੇ ਮਿਲ ਜਾਂਦੇ, ਹੋ ਸਕਦਾ ਅਸੀਂ ਅਮੀਰ ਹੋ ਜਾਂਦੇ, ਮਸੀਹ ਵਿੱਚ ਨਾ ਆਉਣ ਦੇ ਬਾਵਜੂਦ ਵੀ ਅਸੀਂ ਅਮੀਰ ਹੁੰਦੇ ਜਾਂ ਬੱਚੇ ਮਿਲਦੇ, ਲੇਕਿਨ ਜਿਹੜੀਆਂ ਸਾਡੀਆਂ ਚਾਲਾਂ ਸੀ, ਜਿਹੜੇ ਸਾਡੇ ਗੰਦੇ ਕੰਮ ਸੀ, ਇਹ ਇਸੇ ਤਰ੍ਹਾਂ ਹੀ ਕੰਟੀਨਿਊ ਰਹਿਣੇ ਸੀ। ਲੇਕਿਨ ਪਰਮੇਸ਼ਵਰ ਦੇ ਕਲਾਮ 'ਚੋਂ ਸਾਨੂੰ ਇਹ ਸ਼ਿਫਾ ਜਿਹੜੀ ਜ਼ਰੂਰੀ ਮਿਲੀ, ਜਿਹੜੀ ਸਾਨੂੰ ਚਾਹੀਦੀ ਸੀ ਕਿ ਮੈਂ ਔਰ ਮੇਰੀ ਵਾਈਫ ਸਾਰਾ ਇਹ ਨਗਰ ਜਾਣਦਾ ਵਾ ਕਿ ਸਾਡਾ ਕਿਸ ਤਰ੍ਹਾਂ ਦਾ ਕਰੈਕਟਰ ਆ ਜੀ। ਤੇ ਉਸ ਤੋਂ ਪਹਿਲਾਂ ਦਾ ਕਿਸ ਤਰ੍ਹਾਂ ਦਾ ਕਰੈਕਟਰ ਸੀ ਇਹ ਵੀ ਲੋਕ ਜਾਣਦੇ ਜੀ। ਮਸੀਹ ਤੋਂ ਆਉਣ ਤੋਂ ਬਾਅਦ ਵਿੱਚ ਵੀ ਖੁਦਾਵੰਦ ਨੇ ਬੜੀ ਬਰਕਤ ਦਿੱਤੀ। ਹਾਂਜੀ ਚਲੋ ਰੋਬਿਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਖੁਦਾ ਦਾ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਨੇ ਤੁਹਾਡੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਦਾ ਵੱਡਾ ਅਦਭੁਤ ਕੰਮ ਕੀਤਾ। ਸੋ ਛੋਟਾ ਜਿਹਾ ਇੱਕ ਮੈਸੇਜ ਸਾਡੇ ਦੇਖਣ ਵਾਲਿਆਂ ਲਈ ਕੀ ਦੇਣਾ ਚਾਹੋਗੇ? ਹਾਂ, ਸੋ ਖੁਦਾਵੰਦ ਦਾ ਸ਼ੁਕਰ ਹੈ, ਪਰਮੇਸ਼ਰ ਇਸ ਚੈਨਲ ਨੂੰ ਬੜੀ ਬਰਕਤ ਦੇਵੇ। ਜਿੰਨੇ ਲੋਕ ਇਸ ਚੈਨਲ ਦੇ ਦੁਆਰਾ ਪਰਮੇਸ਼ਰ ਦੀ ਮਹਿਮਾ ਨੂੰ, ਗਵਾਹੀਆਂ ਨੂੰ ਸੁਣਦੇ ਆ, ਖੁਦਾਵੰਦ ਉਹਨਾਂ ਦੇ ਜੀਵਨ ਦੇ ਵਿੱਚ ਵੀ ਗਵਾਹੀਆਂ ਤਿਆਰ ਕਰੇ। ਔਰ ਮੇਰਾ ਮੈਸੇਜ ਹੈ ਕਿ ਖੁਦਾਵੰਦ ਅਗਰ ਤੁਹਾਡੇ ਜੀਵਨ ਦੇ ਵਿੱਚ ਆਉਣਾ ਚਾਹੁੰਦਾ ਤਾਂ ਉਸ ਨੂੰ ਜਗ੍ਹਾ ਦਿਓ। ਅਗਰ ਤੁਸੀਂ ਪਰਮੇਸ਼ਰ ਦੇ ਕੋਲ ਜਾਂਦੇ ਹੋ ਤਾਂ ਆਪਣੇ ਪੈਰਾਂ ਨੂੰ ਨਾ ਰੋਕੋ, ਪਰਮੇਸ਼ਰ ਦੀ ਮਹਿਮਾ ਕਰੋ, ਬਲਕਿ ਦੂਸਰਿਆਂ ਕੋਲੋਂ ਡਰੋ ਨਾ, ਲੋਕਾਂ ਤੋਂ ਡਰੋ ਨਾ। ਤੁਹਾਡੇ ਜੀਵਨ 'ਚ ਗਵਾਹੀਆਂ ਖੁਦਾਵੰਦ ਪੈਦਾ ਕਰੇ। ਸੋ ਜੈ ਮਸੀਹ ਸਾਰਿਆਂ ਨੂੰ, ਕਿਆ ਸੁਣਿਆ ਮਾਫ ਕਰ। ਹਾਲੇਲੂਇਆ। ਜਿਸ ਤਰ੍ਹਾਂ ਆਪਾਂ ਦੇਖਿਆ ਕਿ ਰੋਬਿਨ ਸਿੰਘ ਦੇ ਜੀਵਨ ਦੇ ਵਿੱਚ ਖੁਦਾ ਨੇ ਕਿਸ ਤਰ੍ਹਾਂ ਦੇ ਅਦਭੁਤ ਕੰਮ ਕੀਤੇ, ਛੁਟਕਾਰਾ ਦਿੱਤਾ ਦੁਸ਼ਟ ਆਤਮਾ ਤੋਂ, ਗਰੀਬੀ ਤੋਂ, ਵਿਭਾਚਾਰ ਤੋਂ, ਨਸ਼ੇ ਤੋਂ, ਔਰ ਖੁਦਾ ਨੇ ਉਹਨੂੰ ਇੱਕ ਨਵਾਂ ਜੀਵਨ ਦਿੱਤਾ, ਇੱਕ ਨਵਾਂ ਮੋੜ ਦਿੱਤਾ, ਇੱਕ ਨਵਾਂ ਜਿਹੜਾ ਰੌਸ਼ਨੀ ਦਿੱਤੀ ਜੀਵਨ ਦੇ ਵਿੱਚ, ਜੋ ਕਿ ਇੱਕ ਰਸਤਾ ਯਿਸੂ ਮਸੀਹ ਵੱਲ ਵੱਧਦਾ ਸੀਗਾ। ਸੋ ਉਹਨਾਂ ਨੇ ਇੱਕ ਯੋਧਾ ਵਾਂਗੂ ਪ੍ਰਭੂ ਯਿਸੂ ਮਸੀਹ ਦਾ ਜਿਹੜਾ ਪੱਲਾ ਫੜ ਕੇ ਦੁਸ਼ਟ ਆਤਮਾ ਦਾ, ਆਪਣੀ ਬੁਰਾਈਆਂ ਦੀਆਂ, ਆਪਣੀ ਚੁਣੌਤੀਆਂ ਦਾ ਸਾਹਮਣਾ ਕੀਤਾ, ਔਰ ਇੱਕ ਜਿੱਤੇ ਹੋਏ ਯੋਧਾ ਵਾਂਗੂ ਉੱਭਰ ਕੇ ਆਏ, ਔਰ ਖੁਦਾ ਦੇ ਨਾਮ ਦੇ ਵਿੱਚ ਅੱਜ ਚੱਲ ਰਹੇ ਨੇ। ਇੱਕ ਵਧੀਆ ਤਰੀਕੇ ਦੇ ਨਾਲ ਉਹ ਆਪਣੀ ਮਿਨਿਸਟਰੀ ਨੂੰ ਚਲਾ ਰਹੇ ਨੇ। ਸੋ ਖੁਦਾ ਦਾ ਧੰਨਵਾਦ ਹੈ। ਔਰ ਇਸ ਦੁਬਾਰਾ ਫੇਰ ਮਿਲਾਂਗੇ ਇਸੇ ਚੈਨਲ ਦੇ ਦਰਮਿਆਨ ਇੱਕ ਹੋਰ ਨਵੀਂ ਗਵਾਹੀ ਦੇ ਨਾਲ। ਜੈ ਸ਼੍ਰੀ